ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਮ ਠਾਮ ਨਾ ਜਾਤ ਜਾਕਰ, ਰੂਪ ਰੰਗ ਨਾ ਦੇਖ। ਆਦਿ ਪੁਰਖ ਉਦਾਰ ਮੂਰਤ, ਅਜੂਨ ਆਦਿ ਅਸੇਖ। ਦੇਸ਼ ਔਰ ਨਾ ਭੇਸ ਜਾਕਰ, ਰੂਪ ਰੇਖ ਨਾ ਰਾਗ। ਜਤਰ ਤਤਰ ਦਿਸਾ ਵਿਸਾ, ਹੋਇ ਫੈਲਿਓ ਅਨੁਰਾਗ। ਦੇਸ ਔਰ ਨਾ ਭੇਸ ਜਾਕਰ, ਰੂਪ ਰੇਖ ਨਾ ਰਾਗ। ਜਤਰ ਤਤਰ ਦਿਸਾ ਵਿਸਾ, ਹੋਇ ਫੈਲਿਓ ਅਨੁਰਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸਰਬ ਸਾਂਝੀ ਵਾਲਤਾ ਦੇ ਪੈਗੰਬਰ, ਦੀਨ ਅਤੇ ਦੁਨੀਆ ਦੇ ਰਾਖੇ, ਮਨੁੱਖਤਾ ਦੇ ਸਾਂਝੇ ਰਹਿਬਰ, ਗੁਰਤਾ ਗੱਦੀ ਤੇ ਸੁਭਾਇਮਾਨ ਹਲਤ ਪਲਤ ਕੇ ਰੱਖਿਆ, ਸਾਹਿਬੇ ਕਮਾਲ, ਸਾਹਿਬੇ ਜਮਾਲ, ਸਾਹਿਬੇ ਬਰਕਤ, ਰੋਸ਼ਨੇ ਚਿਰਾਗ, ਰਾਜਾਨ ਰਾਜ, ਭਾਨਨ ਭਾਨ, ਦੇਵਾਨ ਦੇਵ, ਮਹਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਮਾਈ ਭਾਈ ਗੁਰਸਿੱਖ ਸੰਗਤ ਦੂਰੋਂ ਨੇੜਿਓਂ ਆ ਕੇ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ, ਭਾਗੇ ਹੋ। ਇਲਾਹੀ ਗੁਰਬਾਣੀ ਦੇ ਕੀਰਤਨ ਸੁਣ ਕੇ ਆਪ ਜੀਆਂ ਨੇ ਲਾਹਾ ਪ੍ਰਾਪਤ ਕੀਤਾ ਹੈ। ਆਓ ਕੁਝ ਸਮਾਂ ਕਥਾ ਰਾਹੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੀ ਪਾਵਨ ਪਵਿੱਤਰ ਰਚਨਾ ਤੋਂ ਉਚਾਰਨ ਕੀਤੀ ਹੋਈ ਸ੍ਰੀ ਜਾਪ ਸਾਹਿਬ ਦੀ ਬਾਣੀ, ਉਸ ਪਾਵਨ ਬਾਣੀ ਦੀ ਵਿਚਾਰ ਕਰਕੇ ਆਪਣੇ ਜੀਵਨ ਨੂੰ ਹੋਰ ਵੀ ਵਡਭਾਗਾ ਬਣਾਈਏ। ਸਤਿਗੁਰਾਂ ਦੇ ਰੱਬੀ ਸਿਧਾਂਤ, ਗੁਰਮਤਿ ਸਿਧਾਂਤ ਆਪਣੇ ਜ਼ਿਹਨ ਵਿੱਚ, ਆਪਣੇ ਹਿਰਦਿਆਂ ਵਿੱਚ ਵਸਾਉਣ ਦਾ ਯਤਨ ਕਰੀਏ। ਫਿਰ ਹੀ ਸਾਡਾ ਜੀਵਨ ਸਫਲ ਹੋਏਗਾ, ਸਾਡਾ ਆਇਆ ਤੇ ਬੈਠਿਆ ਗਾਵਿਆ ਸੁਣਿਆ ਸਫਲ ਹੋਏਗਾ। ਅਸੀਂ ਗੁਰੂ ਕੋਲ ਆਉਂਦੇ ਹਾਂ, ਬਹੁਤ ਕੁਛ ਗੁਰੂ ਸਾਹਿਬ ਤੋਂ ਮੰਗੀਦਾ, ਲੇਕਿਨ ਇੱਕ ਗੱਲ ਹਰ ਇੱਕ ਇਨਸਾਨ, ਹਰ ਇੱਕ ਜਗਿਆਸੂ ਪ੍ਰਾਣੀ ਕਹਿੰਦਾ ਹੈ ਕਿ ਪ੍ਰਮਾਤਮਾ ਕਿਰਪਾ ਕਰ ਸਾਨੂੰ ਸੁੱਖ ਸ਼ਾਂਤੀ ਬਖਸ਼ਿਸ਼ ਕਰੋ। ਸੁੱਖ ਸ਼ਾਂਤੀ ਦੀ ਦਾਤ ਮੰਗੀ ਜਾਂਦੀ ਹੈ। ਪਹਿਲੀ ਗੱਲ ਤਾਂ ਇਹ ਕਿ ਜਦੋਂ ਵੀ ਮੰਗਣਾ ਗੁਰੂ ਤੋਂ ਹੀ ਮੰਗਣਾ, ਪ੍ਰਮਾਤਮਾ ਤੋਂ ਮੰਗਣਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਜਦੋਂ ਬਾਬਰ ਮਿਲਿਆ,
ਉਹਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਵੀ ਬੜੇ ਫਕੀਰ ਮੇਰੇ ਦਰ ਤੇ ਆਉਂਦੇ ਆ, ਮੰਗਦੇ ਆ, ਜਿਹੜਾ ਵੀ ਕੋਈ ਚੀਜ਼ ਮੰਗਦਾ ਮੈਂ ਦੇ ਦਿੰਦਾ, ਤੁਸੀਂ ਵੀ ਕੁਝ ਮੰਗੋ। ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਕਿਹਾ, ਕਹਿੰਦੇ ਬਾਬਰ, ਬੰਦੇ ਕੀ ਜੋ लेवै ओट, दीन दुनी में ताको टोट। ਜਿਹਨੇ ਬੰਦੇ ਨੂੰ ਸਭ ਕੁਝ ਸਮਝ ਲਿਆ, ਉਹਦੀ ਟੇਕ ਉਹ ਤੋਂ ਹੀ ਸਭ ਕੁਝ ਮੰਗਣਾ, ਉਹਨੂੰ ਨਾ ਦੀਨ ਵਿੱਚ ਨਾ ਦੁਨੀ ਵਿੱਚ ਉਹਦਾ ਘਰ ਕਦੇ ਪੂਰਾ ਨਹੀਂ ਹੁੰਦਾ, ਟੋਟ ਬਣੀ ਰਹੇਗੀ। ਉਹਨੇ ਕਿਹਾ ਕੁਛ ਤਾਂ ਮੰਗੋ। ਮਾਰੇ ਕਹਿੰਦੇ ਕਹਿ ਨਾਨਕ ਸੁਨ ਬਾਬਰ ਮੀਰ, ਤੁਝ ਤੇ ਮੰਗੈ ਸੋ ਅਹਿਮਕ ਫਕੀਰ। ਅਸੀਂ ਤਾਂ ਜਦੋਂ ਕੁਛ ਚਾਹੀਦਾ ਉਸ ਕਰਤਾਰ ਅੱਗੇ ਝੋਲੀ ਅੱਡੀ ਦੀ ਆ। ਮੈਂ ਆਪਣੇ ਸਿੱਖਾਂ ਨੂੰ ਵੀ ਇਹੀ ਕਿਹਾ, ਭਾਈ ਜਦੋਂ ਕੁਛ ਚਾਹੀਦਾ ਪਰਮਾਤਮਾ ਤੋਂ ਮੰਗਿਓ, ਅਕਾਲ ਪੁਰਖ ਤੋਂ ਮੰਗਿਓ, ਵਾਹਿਗੁਰੂ ਤੋਂ ਮੰਗਿਓ। ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੈ ਆਪ, ਜਿਤ ਖਾਧੈ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾ। ਅਸੀਂ ਹਰ ਰੋਜ਼ ਮੰਗਦੇ ਹਾਂ, ਮੰਗਣ ਆਉਂਦੇ ਹਾਂ, ਪਰ ਅੱਜ ਜਾਂ ਕਦੇ ਗੁਰੂ ਸਾਹਿਬ ਨੂੰ ਇਹ ਵੀ ਕਹੀਏ ਕਿ ਪਾਤਸ਼ਾਹ ਸਾਨੂੰ ਕੋਈ ਇਹੋ ਜਿਹੀ ਦਾਤ ਦਿਓ ਸਾਡਾ ਮਨ ਤ੍ਰਿਪਤ ਹੋ ਜਾਏ। ਸਾਡੀਆਂ ਮੰਗਾਂ ਤਾਂ ਮੁੱਕਦੀਆਂ ਹੀ ਨਹੀਂ। ਅਸੀਂ ਹਰ ਰੋਜ਼ ਹਰ ਵੇਲੇ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਤੁਹਾਡੇ ਦਰ ਤੇ ਖੜੇ ਹੁੰਦੇ ਹਾਂ। ਕੁਛ ਇਹੋ ਜਿਹਾ ਹੈ ਜਿਹਦੇ ਨਾਲ ਮਨ ਤ੍ਰਿਪਤ ਹੋ ਜਾਏ। ਭਾਈ ਬੂੜੇ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਕਿ ਦੁੱਧ ਪੀ ਕੇ ਤਨ ਤਾਂ ਤ੍ਰਿਪਤ ਹੋ ਗਿਆ, ਕੁਛ ਇਹੋ ਜਿਹੀ ਚੀਜ਼ ਹੈ ਜਿਹਨੂੰ ਖਾ ਕੇ ਮਨ ਵੀ ਰੱਜ ਜਾਏ। ਭਾਈ ਸਾਹਿਬ ਭਾਈ ਮਰਦਾਨੇ ਨੇ ਇੱਕ ਦਿਨ ਕਿਹਾ, ਹਰ ਵੇਲੇ ਗੁਰੂ ਨਾਨਕ ਸਾਹਿਬ ਨਾਲ ਰਹਿੰਦਾ, ਕਹਿੰਦਾ ਪਾਤਸ਼ਾਹ ਕਿਰਪਾ ਕਰੋ, ਜੇ ਮੈਨੂੰ ਤੁਸੀਂ ਆਪਣੇ ਨਾਲ ਰੱਖਣਾ ਹੈ ਜਾਂ ਤਾਂ ਆਪਣੇ ਵਰਗਾ ਸੰਤੋਖ ਦੇ ਦਿਓ, ਤੇ ਨਹੀਂ ਫਿਰ ਮੈਨੂੰ ਜਾਣ ਦਿਓ। ਮੈਨੂੰ ਤਾਂ ਵਾਰ-ਵਾਰ ਭੁੱਖ ਲੱਗਦੀ ਆ, ਕਦੇ ਪਾਣੀ ਚਾਹੀਦਾ, ਕਦੇ ਪ੍ਰਸ਼ਾਦਾ ਚਾਹੀਦਾ, ਕਦੇ ਕੱਪੜੇ ਚਾਹੀਦੇ ਆ। ਤੁਹਾਨੂੰ ਤਾਂ ਇਹਨਾਂ ਗੱਲਾਂ ਦੀ ਪਰਵਾਹ ਕੋਈ ਨਹੀਂ, ਮੈਨੂੰ ਸੰਤੋਖ ਦਿਓ। ਇਹੋ ਜਿਹੀ ਦਾਤ ਮੈਨੂੰ ਵੀ ਦਿਓ ਜਿਹੜੀ ਤੁਹਾਡੇ ਕੋਲ ਹੈ ਤੇ ਜਿਹਨੂੰ ਖਾ ਕੇ ਨਾ ਭੁੱਖ ਤੰਗ ਕਰਦੀ ਹੈ ਨਾ ਪਿਆਸ ਤੰਗ ਕਰਦੀ ਹੈ। ਮਹਾਰਾਜ ਕਹਿੰਦੇ ਜਾ ਮਰਦਾਨਿਆ, ਤੂੰ ਬ੍ਰਹਮ ਗਿਆਨੀ ਹੋਇਆ, ਤੂੰ ਅੱਜ ਉਹ ਦਾਤ ਮੰਗੀ ਹੈ ਜਿਹੜਾ ਕੋਈ ਮੰਗਦਾ ਹੈ, ਔਰ ਜਿਹੜਾ ਮੰਗੇ ਜਾਂ ਜਿਹਨੂੰ ਮਿਲ ਜਾਏ ਉਹ ਬ੍ਰਹਮ ਗਿਆਨੀ ਹੋ ਨਿਬੜਦਾ ਹੈ। ਅੱਗੇ ਤਾਂ ਨਹੀਂ, ਹਰ ਰੋਜ਼ ਬਾਬਾ ਜੀ ਮੈਨੂੰ ਭੁੱਖ ਲੱਗੀ ਹੈ, ਮੈਨੂੰ ਪ੍ਰਸ਼ਾਦਾ ਚਾਹੀਦਾ, ਮੈਨੂੰ ਪਾਣੀ ਚਾਹੀਦਾ, ਪਰ ਅੱਜ ਤੂੰ ਮਨ ਰਜਾਉਣ ਵਾਲੀ, ਮਨ ਤ੍ਰਿਪਤ ਕਰਨ ਵਾਲੀ ਉਹ ਦਾਤ ਮੰਗ ਲਈ ਜਿਹੜੀ ਦਾਤ ਹੈ ਪਰਮੇਸ਼ਰ ਦਾ ਨਾਮ। ਤੇ ਇਸ ਲਈ ਸਤਿਗੁਰੂ ਕੋਲ ਆਏ ਆ, ਕਦੇ ਇਸ ਤਰ੍ਹਾਂ ਵੀ ਆਈਏ, ਇਸ ਕਰਕੇ ਵੀ ਆਈਏ ਕਿ ਜੋ ਕੁਝ ਹੁਣ ਤੱਕ ਪ੍ਰਮਾਤਮਾ ਤੋਂ ਦਿੱਤਾ ਅਸੀਂ ਤੇਰਾ ਧੰਨਵਾਦ ਕਰਨਾ ਹੈ, ਹੋਰ ਕੁਝ ਨਹੀਂ ਚਾਹੀਦਾ, ਬਸ ਅੱਜ ਸਿਰਫ ਤੇਰਾ ਧੰਨਵਾਦ, ਕਿਉਂਕਿ ਇੰਨਾ ਕੁਝ ਦਿੱਤਾ ਅਸੀਂ ਸੋਚਿਆ ਹੀ ਨਹੀਂ ਸੀ, ਔਰ ਹਲੇ ਵੀ ਦੇ ਰਿਹਾ ਹੈ। ਥੋੜਾ ਵੀ ਦੇ ਕੇ ਹਟ ਗਿਆ, ਹਲੇ ਵੀ ਦੇ ਰਹੇ। ਪਹਿਲੀ ਗੱਲ ਤਾਂ ਸਵਾਸ ਹਰ ਰੋਜ਼ ਰਾਤ ਨੂੰ ਇਸੇ ਆਸ ਕਰਕੇ ਅਸੀਂ ਸਵੇਰ ਨੂੰ ਵਾਅਦੇ ਕਰੀ ਦਿਆ ਕਿ ਸਵੇਰੇ ਉੱਠ ਕੇ ਕੰਮ ਕਰਾਂਗੇ। ਕਿੰਨਾ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਵੀ ਸਵੇਰੇ ਉੱਠਣਾ ਵੀ ਹੈ ਤੇ ਕੰਮ ਵੀ ਕਰਨੇ ਆ, ਤੇ ਇਹ ਪ੍ਰਮਾਤਮਾ ਹੀ ਸਾਰਾ ਕਰਦੇ। ਫਿਰ ਪ੍ਰਸ਼ਾਦਾ ਵੀ ਚਾਹੀਦਾ, ਸਾਰਾ ਕੁਝ, ਸਾਧਨ ਸਮਾਨ, ਹਰ ਇੱਕ ਚੀਜ਼ ਚਾਹੀਦੀ ਹੈ ਜਿਹੜੀ ਸਵੇਰੇ ਉੱਠਦਿਆਂ ਨੂੰ ਤਿਆਰ ਹੁੰਦੀ ਹੈ। ਇਸ ਲਈ ਕਦੇ ਕਦੇ ਉਸ ਵਾਹਿਗੁਰੂ ਦਾ ਧੰਨਵਾਦ ਵੀ ਕਰੋ, ਕਦੇ ਕਦੇ ਨਹੀਂ, ਹਰ ਵੇਲੇ ਕਰੋ, ਜਾਂ ਕਦੇ ਧੰਨਵਾਦ ਹੀ ਕਰਨ ਵਾਸਤੇ ਆਈਏ। ਤਾਂ ਪਾਤਸ਼ਾਹ ਕਹਿੰਦੇ ਸੁਖ ਸ਼ਾਂਤੀ ਦੀ ਦਾਤ ਮੰਗਦੇ ਆ। ਚਲੋ ਆਮ ਅਸੀਂ ਸਟੇਜਾਂ ਤੋਂ ਬੋਲਣ ਵਾਲੇ ਕਹਿ ਦਿੰਦੇ ਆ ਭਾਈ ਨਾਮ ਜਪੋ, ਬਾਣੀ ਪੜੋ, ਕੋਈ ਦੁੱਖ ਨਹੀਂ ਰਹਿੰਦਾ। ਦੁੱਖ ਤਾਂ ਭਾਈ ਮਨੀ ਸਿੰਘ ਸਾਹਿਬ ਉਹਨਾਂ ਨੂੰ ਵੀ ਆਏ, ਭਾਈ ਮਤੀ ਦਾਸ ਵਰਗਿਆਂ ਨੂੰ, ਭਾਈ ਤਾਰੂ ਸਿੰਘ, ਜਦੋਂ ਉਹਨਾਂ ਦਾ ਜੀਵਨ ਦੇਖੀਏ ਤੇ ਉਹਨਾਂ ਵਰਗਾ ਦੁੱਖ ਤਾਂ ਕਿਸੇ ਕੋਲ ਆਇਆ ਹੀ ਨਹੀਂ। ਭਗਤਾਂ ਸਾਰਿਆਂ ਨੂੰ ਦੁੱਖ ਆਏ,
ਬਾਣੀ ਪੜਨ ਵਾਲਿਆਂ ਕੋਲ ਵੀ ਦੁੱਖ ਹੁੰਦੇ ਆ, ਲੇਕਿਨ ਉਹਨਾਂ ਦਾ ਮਨ ਇਹਨਾਂ ਚੀਜ਼ਾਂ ਤੋਂ ਉੱਪਰ ਚਲਿਆ ਜਾਂਦਾ। ਦੁੱਖ ਸੁੱਖ ਉੱਥੇ ਵਿਆਪਦਾ ਨਹੀਂ। ਜਿਹਨੂੰ ਮਹਾਰਾਜ ਕਹਿੰਦੇ ਆ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾ। ਨਾ ਉੱਥੇ ਭੁੱਖ ਹੈ, ਨਾ ਪਿਆਸ ਹੈ, ਨਾ ਦੁੱਖ ਹੈ, ਨਾ ਸੁੱਖ ਹੈ। ਮਹਾਰਾਜ ਦਾ ਇੱਕ ਬਚਨ ਹੈ, ਕਹਿਨ ਕਹਾਵਨ ਕਉ ਕੋਈ ਕੀਤੈ, ਐਸੋ ਜਨ ਬਿਰਲੋ ਹੈ ਸੇਵਕ। ਬਹੁਤੇ ਨਹੀਂ, ਬਿਰਲੇ ਨੇ, ਜੋ ਤਤ ਜੋਗ ਕੋ ਬਿਤੈ, ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਦੇਖੋ ਅਵਸਥਾ ਕਿਹੋ ਜਿਹੀ ਹੋਏਗੀ, ਉਹ ਕਹਿੰਦੇ ਦੁੱਖ ਹੈ ਹੀ ਨਹੀਂ, ਇੱਥੇ ਸੁੱਖ ਹੀ ਸੁੱਖ ਹੈ, ਭਾਵੇਂ ਘਰ ਵਿੱਚ ਕੁਝ ਵੀ ਨਾ ਹੋਵੇ, ਭਾਵੇਂ ਚਰਖੜੀਆਂ ਤੇ ਚੜੇ ਹੋਣ, ਤਵੀਆਂ ਤੇ ਬੈਠੇ ਹੋਣ, ਬੰਦ ਕੱਟਿਆ ਜਾ ਰਿਹਾ ਹੋਵੇ, ਫਿਰ ਵੀ ਉਹ ਕਹਿ ਰਿਹਾ ਦੁੱਖ ਨਹੀਂ ਸਭ ਸੁਖ ਹੀ ਹੈ ਰੇ, ਹਾਰ ਨਹੀਂ ਸਭ ਜਿੱਤੇ, ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਦੇਖੋ ਜਿਹੜੇ ਬੰਦ ਕੱਟ ਰਹੇ ਉਹ ਵੀ ਕਹਿੰਦੇ ਬੁਰੇ ਥੋੜਾ ਤਾਂ ਭਲੇ ਲੋਕ ਨੇ, ਜਿਹੜਾ ਆਰੇ ਨਾਲ ਚੀਰ ਰਿਹਾ ਉਹਨੂੰ ਵੀ ਉਹ ਭਲਾ ਕਹਿ ਰਿਹਾ। ਇਹ ਅਵਸਥਾ ਹੈ। ਸੋਗ ਨਾਹੀ ਸਦਾ ਹਰਖੀ ਹੈ ਰੇ, ਚੋਟ ਨਾਹੀ ਕਿਛ ਲਿਤ ਹੈ, ਕਉ ਨਾਨਕ ਜਨ ਹਰ 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 ਕਹਿ, ਕਤ ਆਵੇ ਕਤ ਰਮਤ ਹੈ। ਇਹ ਨਹੀਂ ਕਿ ਦੁੱਖ ਜਿਹੜੇ ਆ ਉਹ ਆਮ ਸੰਸਾਰੀ ਲੋਕਾਂ ਨੂੰ ਆਉਂਦੇ ਨੇ, ਤਨ ਕਰਕੇ ਦੁੱਖ ਤਾਂ ਧਰਮੀ ਲੋਕਾਂ ਨੂੰ ਵੀ ਆ ਜਾਂਦੇ, ਪਰ ਉਹਨਾਂ ਦਾ ਜੀਵਨ ਕੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਉਹਨਾਂ ਦੀ ਅਵਸਥਾ ਇਹ ਹੋ ਗਈ, ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ ਹੋ। ਜਿਵੇਂ ਆਪਾਂ ਕਹਿੰਦੇ ਮੈਂ ਨਹੀਂ ਇਹਨੂੰ ਕੁਝ ਸਮਝਦਾ, ਇਹ ਹੈ ਕੌਣ ਆ, ਚਾਹੇ ਉਹ ਆਪਣੇ ਆਪ 'ਚ ਬਹੁਤ ਵੱਡਾ ਹੋਵੇ, ਪਰ ਕਈ ਲੋਕ ਕਹਿੰਦੇ ਆ ਵੀ ਅਸੀਂ ਇਹਨੂੰ ਕੁਝ ਨਹੀਂ ਸਮਝਦੇ, ਤੇ ਜਿਹੜੇ ਰੱਬ ਦੇ ਪਿਆਰੇ ਆ ਉਹ ਕਹਿੰਦੇ ਦੁੱਖਾਂ ਨੂੰ ਅਸੀਂ ਕੁਝ ਨਹੀਂ ਸਮਝਦੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ। ਕੋਈ ਨਿੰਦਿਆ ਕੋਈ ਉਸਤਤ ਦੀ ਪਰਵਾਹ ਨਹੀਂ, ਜਾਕੈ ਲੋਭ ਅਭਮਾਨਾ, ਹਰ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਤੇ ਅਖੀਰ ਤੇ ਮਹਾਰਾਜ ਨੇ ਕੀ ਕਿਹਾ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਈ। ਤਾਂ ਖੈਰ ਮਹਾਰਾਜ ਕਹਿੰਦੇ ਆ ਅਸੀਂ ਆ ਕੇ ਕੀ ਅਰਦਾਸ ਵਿੱਚ ਕਹਿੰਦੇ ਆ, ਸੁਖ ਸ਼ਾਂਤੀ ਬਖਸ਼ੋ। ਅਸੀਂ ਸੁੱਖ ਪਹਿਲਾਂ ਮੰਗਦੇ ਆ, ਸ਼ਾਂਤੀ ਬਾਅਦ ਵਿੱਚ। ਗੁਰੂ ਸਾਹਿਬ ਕਹਿੰਦੇ ਪਹਿਲਾਂ ਸ਼ਾਂਤੀ ਫਿਰ ਸੁੱਖ। ਦੇਖੋ ਸ਼ਬਦਾਂ ਦੀ ਹੇਰ ਫੇਰੀ ਆ, ਚੀਜ਼ਾਂ ਦੋਨੇ ਮਿਲਣੀਆਂ ਨੇ। ਸੁੱਖ ਮਿਲਣਾ ਹੈ ਪੈਸੇ ਨਾਲ, ਕਿਉਂਕਿ ਗਰਮੀ ਹੋਵੇ ਅਸੀਂ ਕਹਿੰਦੇ ਏਸੀ ਲਵਾਓ ਸੁੱਖ ਦੇਗਾ, ਸਰਦੀ ਆਈ ਅਸੀਂ ਕਿਹਾ ਹੀਟਰ ਲਵਾ ਲਓ, ਹੀਟਰ ਪੈਸਿਆਂ ਦਾ ਆਏਗਾ, ਏਸੀ ਪੈਸਿਆਂ ਦਾ ਆਏਗਾ, ਤੇ ਠੰਡ ਤੋਂ ਬਚਾਂਗੇ, ਸੁੱਖ ਮਿਲੇਗਾ, ਆਰਾਮ ਮਿਲੇਗਾ, ਨਿੱਘ ਮਿਲੇਗਾ। ਦੂਰ ਦੂਰ ਤੱਕ ਤੁਰ ਕੇ ਜਾਣਾ ਔਖਾ ਲੱਗਿਆ, ਕਿਆ ਵੀ ਕਾਰ ਲਓ, ਕੋਈ ਸਾਧਨ ਲਓ, ਸੁੱਖ ਦੇਗਾ, ਤੇ ਆਪਾਂ ਟਾਈਮ ਵੀ ਬਚੇਗਾ, ਟਾਈਮ ਨਾਲ ਪਹੁੰਚ ਕੇ ਕੰਮ ਵੀ ਨਿਬੜ ਜਾਏਗਾ। ਘਰ ਛੋਟਾ ਹੈ, ਤੰਗੀ ਆ ਰਹੀ ਹੈ, ਵੱਡਾ ਘਰ ਕਰ ਲਓ, ਸੁੱਖ ਮਿਲੇਗਾ। ਗਰਮੀਆਂ ਵਿੱਚ ਫ੍ਰਿਜ ਦੀ ਲੋੜ ਪਈ, ਠੰਡਾ ਪਾਣੀ ਪੀਣ ਵਾਸਤੇ ਲੈ ਆਉਂਦਾ, ਗਰਮ ਚੀਜ਼ਾਂ ਕਰਨ ਵਾਸਤੇ ਉਹ ਜੇ ਸਾਧਨ ਲਿਆਂਦੇ। ਇਹ ਸਾਰੇ ਸੁੱਖਾਂ ਦੇ ਸਾਬੀ, ਹਰ ਇੱਕ ਸੁੱਖ ਜਿੰਨਾ ਕਿ ਪਰਿਵਾਰ ਦੇ ਵਿੱਚ ਜਿਹੜੀਆਂ ਸਾਡੀਆਂ ਮੁੱਢਲੀਆਂ ਲੋੜਾਂ, ਜਿਹਦੇ ਘਰ ਵਿੱਚ ਉਹਨੇ ਆਪਾਂ ਕਹਿੰਦੇ ਆ ਜੀ ਸਾਡੇ ਘਰ ਵਿੱਚ ਤਾਂ ਹਰ ਇੱਕ ਸੁੱਖ ਸਹੂਲਤ ਦਿੱਤੀ ਹੋਈ ਹੈ ਰੱਬ ਨੇ, ਪਰ ਇਹ ਸੁੱਖ ਸਹੂਲਤਾਂ ਜਿਹੜੀਆਂ ਇਹ ਪੈਸੇ ਨਾਲ ਇਕੱਠੀਆਂ ਹੁੰਦੀਆਂ ਨੇ। ਸ਼ਾਂਤੀ ਪੈਸੇ ਨਾਲ ਨਹੀਂ ਮਿਲਦੀ, ਸੁੱਖਾਂ ਦੇ ਸਾਧਨ ਪੈਸੇ ਨਾਲ। ਪਰ ਕਈ ਵਾਰ ਇੰਨੇ ਸਾਧਨ ਇਕੱਠੇ ਕਰ ਲੈਂਦਾ ਬੰਦਾ ਤੇ ਵਰਤਣ ਦਾ ਹੁਕਮ ਨਹੀਂ, ਉਹ ਸਾਧਨ ਕਿਸੇ ਕੰਮ ਹੀ ਨਹੀਂ ਆਉਂਦੇ। ਡਾਕਟਰ ਕਹਿੰਦਾ ਏਸੀ 'ਚ ਨਹੀਂ ਪੈਣਾ, ਠੰਡਾ ਪਾਣੀ ਨਹੀਂ ਪੀਣਾ, ਬਹੁਤੀ ਗਰਮੀ 'ਚ ਨਹੀਂ ਰਹਿਣਾ, ਤੇ ਤਲੀਆਂ ਚੀਜ਼ਾਂ ਨਹੀਂ ਖਾਣੀਆਂ, ਮਿੱਠਾ ਨਹੀਂ ਖਾਣਾ, ਨਮਕ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ, ਸਾਰਾ ਕੁਝ ਤਾਂ ਬੰਦ ਕਰ ਦਿੰਦਾ। ਹੁਣ ਸੁੱਖ ਸਾਧਨ ਬਹੁਤ ਆ, ਲੇਕਿਨ ਵਰਤਣ ਦਾ ਹੁਕਮ ਨਹੀਂ। ਤਾਂ ਮਹਾਰਾਜ ਸਾਹਿਬ ਕਹਿੰਦੇ ਕੱਲੇ ਸੁੱਖ, ਜਾਂ ਪਹਿਲਾਂ ਸੁੱਖ ਮੰਗੇਗਾ, ਸੁੱਖ ਮਾਇਆ ਨਾਲ ਆਉਣਿਆ, ਮਾਇਆ ਆਏਗੀ ਤਾਂ ਮਾਇਆ ਕੱਲੀ ਨਹੀਂ ਆਉਂਦੀ, ਉਹ ਬੜਾ ਕੁਝ ਨਾਲ ਲੈ ਕੇ ਆਉਂਦੀ। ਔਰ ਮਾਇਆ ਦੇ ਨਾਲ ਇਕੱਠੇ ਕੀਤੇ ਹੋਏ ਸਾਧਨ ਵੀ ਇਕੱਲੇ ਨਹੀਂ ਆਉਣਗੇ, ਉਹ ਵੀ ਬੜਾ ਕੁਝ ਲੈ ਕੇ ਆਉਣਗੇ। ਇਸ ਲਈ ਜਦੋਂ ਜਿਵੇਂ ਜਿਵੇਂ ਇਨਸਾਨ ਕੋਲ ਬਹੁਤਾ ਪੈਸਾ ਇਕੱਠਾ ਹੋਈ ਜਾਂਦਾ, ਉਵੇਂ ਉਵੇਂ ਉਹਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧਦੀਆਂ ਜਾਂਦੀਆਂ, ਔਰ ਨਿਬੜਨ ਵਿੱਚ ਹੀ ਨਹੀਂ ਆਉਂਦੀਆਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਕਿਹਾ, ਮਨ ਪਾਰਾ ਗੁਰਮੁਖ ਵਸ ਆਣੈ।
ਮਨ ਕੀ ਹੈ? ਪਾਰਾ। ਪਾਰਾ ਤੁਸੀਂ ਵੇਖਿਆ ਹੋਵੇਗਾ, ਕਿਸੇ ਨੇ ਕਦੇ ਹੱਥ ਤੇ ਰੱਖ ਕੇ ਵੇਖਿਓ, ਹੱਥ ਚ ਆਉਂਦਾ ਨਹੀਂ। ਜਿੰਨਾ ਮਰਜ਼ੀ ਫੜਨ ਦਾ ਯਤਨ ਕਰੋ, ਉਹਨੇ ਇੱਧਰ ਉੱਧਰ ਦੀ ਨਿਕਲ ਜਾਣਾ ਹੈ। ਮਨ ਪਾਰੇ ਦੀ ਤਰ੍ਹਾਂ ਸਾਡੇ ਕਾਬੂ 'ਚ ਨਹੀਂ ਆ ਰਿਹਾ, ਔਰ ਮਨ ਦੀਆਂ ਵਾਸ਼ਨਾਵਾਂ ਵੀ ਕਾਬੂ 'ਚ ਨਹੀਂ ਆ ਰਹੀਆਂ, ਮਨ ਦੀਆਂ ਮੰਗਾਂ ਵੀ ਸਾਡੇ ਕਾਬੂ ਵਿੱਚ ਨਹੀਂ ਆ ਰਹੀਆਂ। ਅਸੀਂ ਇੰਨੇ ਯਤਨ ਕੀਤੇ ਵੀ ਬਸ ਆਖਰੀ ਜਿਹੜੀ ਮੁਸੀਬਤ ਆ ਇਹਦੇ ਤੋਂ ਖਹਿੜਾ ਛੁੱਟੇ, ਇਸ ਤੋਂ ਬਾਅਦ ਪੰਗਾ ਨਹੀਂ ਲੈਣਾ, ਉਹ ਨਿਬੜਦੀ ਨਹੀਂ, ਚਾਰ ਹੋਰ ਖੜ ਜਾਂਦੀਆਂ। ਫਿਰ ਬੰਦਾ ਕਹਿੰਦਾ ਬਸ ਜਲਦੀ ਜਲਦੀ ਆ ਨਿਬੇੜਦਾ, ਇਸ ਤੋਂ ਬਾਅਦ ਆਪਾਂ ਇਹ ਰਾਹ ਨਹੀਂ ਪੈਣਾ, ਉਹ ਹਲੇ ਨਿਬੜਦਾ ਨਹੀਂ ਜੇ ਚਾਰ ਹੋਰ ਖੜ ਜਾਂਦੀਆਂ ਨੇ। ਇਹ ਤਾਂ ਜ਼ਿੰਦਗੀ ਇਨਸਾਨ ਨਾਲ ਚੱਲਦਾ ਰਹਿੰਦਾ, ਪਰ ਇਹ ਗੱਲ ਸਾਰੀ ਮਨ ਦੀ ਹੈ। ਮਨ ਗੁਰਮੁਖਾਂ ਨੇ ਵਸ ਚ ਕੀਤਾ, ਇਹ ਪਾਰੇ ਵਰਗਾ ਆਮ ਸੰਸਾਰੀ ਲੋਕਾਂ ਦੇ ਵਸ ਚ ਨਹੀਂ ਆਉਂਦਾ। ਇਨਸਾਨ ਦੀ ਜ਼ਿੰਦਗੀ ਮੁੱਕ ਜਾਂਦੀ ਆ ਜਿਵੇਂ ਜਿਵੇਂ ਉਹ ਕਹਿੰਦਾ ਨਾ ਵੀ ਬਸ ਇੰਨਾ ਕੁ ਘਰ, ਇੰਨੀ ਕੁ ਗੱਡੀ, ਇੰਨਾ ਕੁ ਪੈਸਾ ਬਣ ਜਾਏ, ਆਪਾਂ ਉਸ ਤੋਂ ਬਾਅਦ ਬਸ ਸੰਤੁਸ਼ਟ ਆ। ਪਰ ਉਸ ਤੋਂ ਅੱਗੇ ਤਵਾਂ ਹੋਰ ਵੱਧ ਜਾਂਦੀ ਹੈ, ਕਿਉਂਕਿ ਫਿਰ ਆਪ ਤੋਂ ਵੱਡਿਆਂ ਨੂੰ ਦੇਖਣ ਲੱਗ ਪੈਂਦਾ, ਫਿਰ ਉਹਨਾਂ ਦੀ ਰੇਸ ਵਿੱਚ ਭੱਜਣ ਲੱਗ ਪੈਂਦਾ। ਜਦੋਂ ਉੱਥੇ ਪਹੁੰਚ ਜਾਂਦਾ ਫਿਰ ਹੋਰ ਵੱਡਿਆਂ ਨੂੰ ਵੇਖਦਾ, ਫਿਰ ਉਹ ਰੇਸ ਸ਼ੁਰੂ ਹੋ ਜਾਂਦੀ ਹੈ। ਇਹ ਰੇਟ ਰੇਸ ਜਿਹਨੂੰ ਕਿਹਾ ਜਾਂਦਾ, ਚੂਹੇ ਵਾਲੀ ਰੇਸ ਆ। ਚੂਹਾ ਦੇਖੋ ਤੁਸੀਂ ਰਾਤ ਨੂੰ ਸੌਂਦਾ ਨਹੀਂ, ਜੇ ਕਮਰੇ 'ਚ ਹੋਵੇ ਨਾ ਕਿਤੇ, ਉਹਨੇ ਸਾਰੀ ਰਾਤ ਟੁਕ ਟੁਕ ਕਰੀ ਜਾਣਾ, ਨਾ ਉਹਨੂੰ ਕੱਪੜੇ ਟੁੱਕ ਕੇ ਕੁਛ ਲਾਹਾ, ਤੇ ਨਾ ਤੁਹਾਡੀਆਂ ਕਾਪੀਆਂ ਕਾਗਜ਼ਾਂ ਨੂੰ ਟੁੱਕ ਕੇ ਕੋਈ ਲਾਹਾ, ਲੇਕਿਨ ਰੇਸ ਹੈ। ਉਸ ਰੇਸ ਵਿੱਚ ਉਹਨੂੰ ਫਾਇਦਾ ਤਾਂ ਕੋਈ ਨਹੀਂ ਨਾ, ਕੱਪੜੇ ਸਾਡੇ ਖਰਾਬ ਹੋਣੇ ਆ, ਕਾਪੀਆਂ ਕਿਤਾਬਾਂ ਸਾਡੀਆਂ ਉਹਨੇ ਟੁੱਕ ਦੇਣੀਆਂ, ਕਿਸੇ ਕੰਮ ਨਹੀਂ ਰਹਿਣੀਆਂ, ਕੋਈ ਹੋਰ ਕੀਮਤੀ ਚੀਜ਼ ਨੂੰ ਟੁੱਕੇਗਾ। ਲੇਕਿਨ ਸਾਰੀ ਰਾਤ, ਕਦੇ ਵੀ ਤੁਹਾਨੂੰ ਰਾਤ ਨੂੰ ਕਮਰੇ 'ਚ ਚੂਹਾ ਹੋਵੇ ਜਾਗ ਆ ਜਾਏ, ਉਹਦੀ ਹਰਕਤ ਦੀ ਆਵਾਜ਼ ਆਉਂਦੀ ਰਹੇਗੀ, ਉਹ ਰਾਤ ਨੂੰ ਵੀ ਨਹੀਂ ਟਿਕਦਾ। ਜਦੋਂ ਇਨਸਾਨ ਦੇ ਅੰਦਰ ਇਹ ਮਾਇਆ ਦੀ ਰੇਸ ਲੱਗ ਜਾਂਦੀ ਆ, ਫਿਰ ਦਿਨ ਰਾਤ ਨਹੀਂ ਟਿਕਦਾ। ਫਿਰ ਦਿਨ ਰਾਤ ਵੱਡੇ, ਬਹੁਤ ਜਿਹੜੇ ਵੱਡੇ ਹਾਈ ਪ੍ਰੋਫਾਈਲ ਲੋਕ ਆ, ਉਹਨਾਂ ਦੀਆਂ ਮੀਟਿੰਗਾਂ ਰਾਤ ਨੂੰ 2-2, 3-3 ਵਜੇ ਤੱਕ ਚੱਲਦੀਆਂ। ਤੇ ਉਹ ਵੇਲਾ ਸ਼ਾਹ ਵੇਲਾ, ਉਹ ਵੇਲਾ ਅੰਮ੍ਰਿਤ ਵੇਲਾ, ਉਹ ਵੇਲਾ ਕਿਹੜਾ ਹੈ? ਪ੍ਰਮਾਤਮਾ ਦੀ ਸਿਫਤ ਕਰਨ ਦਾ, ਜਿਹਨੂੰ ਮਾਰੇ ਕਹਿੰਦੇ ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਲੇਕਿਨ ਆਮ ਬੰਦੇ ਕੀ ਕਰ ਰਹੇ ਆ? ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਜਦੋਂ ਰੱਬ ਦਾ ਨਾਮ ਜਪਣਾ, ਉਦੋਂ ਉਹ ਇਹੋ ਜਿਹੇ ਕੰਮਾਂ 'ਚ ਲੱਗਿਆ ਜਿਹੜੇ ਕੰਮ ਹੀ ਕਿਤੇ ਨਹੀਂ ਆਉਣੇ, ਤੇ ਜਦੋਂ ਕੰਮ ਕਰਨ ਦਾ ਵੇਲਾ ਉਦੋਂ ਸੌਂ ਗਿਆ। ਸਾਰੀ ਜ਼ਿੰਦਗੀ ਦੀ ਉਹਦੀ ਅਵਸਥਾ ਹੀ ਉਲਟ ਪੁਲਟ ਹੋ ਗਈ। ਖੈਰ ਮਹਾਰਾਜ ਕਹਿੰਦੇ ਆ, ਭਾਈ ਤੁਸੀਂ ਸੁੱਖ ਸ਼ਾਂਤੀ ਮੰਗਦੇ ਹੋ, ਪਹਿਲਾਂ ਸੁੱਖ ਮੰਗੋਗੇ, ਫਿਰ ਸ਼ਾਂਤੀ ਤਾਂ ਤੁਹਾਨੂੰ ਕਿਸੇ ਕੀਮਤ ਲੱਭਦੇ ਹੀ ਰਹਿ ਜਾਓਗੇ, ਮੰਗਦੇ ਹੀ ਰਹਿ ਜਾਓਗੇ। ਫਿਰ ਬੰਦਾ ਪੈਸੇ ਚੱਕੀ ਫਿਰਦਾ ਵੀ ਇੱਥੋਂ ਮਿਲ ਜਾਏ, ਉੱਥੋਂ ਮਿਲ ਜਾਏ, ਨਹੀਂ ਮਿਲਦੀ। ਜੇ ਪਹਿਲਾਂ ਸ਼ਾਂਤੀ ਮੰਗਦੇ ਤਾਂ ਮਹਾਰਾਜ ਸਾਹਿਬ ਕਹਿੰਦੇ, ਹੁਣ ਗੁਰੂ ਸਾਹਿਬ ਦੇ ਬਚਨ ਸੁਣੋ, ਸਤਿਗੁਰੂ ਪਹਿਲਾਂ ਸ਼ਾਂਤੀ ਦੀ ਗੱਲ ਕਰ ਰਹੇ ਆ। ਮਹਾਰਾਜ ਕਹਿੰਦੇ ਆ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ। ਸੁੱਖ ਨਹੀਂ ਕਿਹਾ, ਸੁਖ ਉਪਜੇ ਬਾਜੇ ਅਨਹਦ ਤੂਰੇ। ਹੁਣ ਅਗਲੀ ਪੰਕਤੀ 'ਚ ਸੁੱਖ ਦੀ ਗੱਲ ਆ, ਪਹਿਲਾਂ ਸ਼ਾਂਤੀ ਦੀ, ਕਿਉਂਕਿ ਸ਼ਾਂਤੀ ਜ਼ਰੂਰੀ ਹੈ। ਸ਼ਾਂਤੀ ਦਾ ਸੰਬੰਧ ਮਨ ਨਾਲ ਹੈ, ਸੁੱਖ ਦਾ ਸੰਬੰਧ ਤਨ ਨਾਲ ਵੀ ਹੈ, ਮਨ ਨਾਲ ਵੀ। ਇੱਕ ਆਤਮਿਕ ਸੁੱਖ ਹੈ, ਇੱਕ ਤਨ ਦਾ ਸੁੱਖ ਹੈ। ਸੁੱਖ ਜਿਹੜੇ ਅਸੀਂ ਮੰਗ ਰਹੇ ਹਾਂ ਉਹ ਤਾਂ ਸਾਰੇ ਤਨ ਦੇ ਆ, ਤੇ ਜਦੋਂ ਉਹਨਾਂ ਸੁੱਖਾਂ ਵਿੱਚ ਨੀਂਦ ਨਹੀਂ ਆਉਂਦੀ, ਫਿਰ ਬੰਦਾ ਕਹਿੰਦਾ ਹੁਣ ਸ਼ਾਂਤੀ ਚਾਹੀਦੀ ਹੈ। ਤੇ ਮਹਾਰਾਜ ਕਹਿੰਦੇ, ਇਸ ਲਈ ਮੈਂ ਕਹਿੰਦਾ, ਸ਼ਾਂਤ ਪਾਈ ਗੁਰ ਸਤਿਗੁਰ। ਪਹਿਲਾਂ ਤੂੰ ਸ਼ਾਂਤੀ ਮੰਗ, ਉਹ ਸ਼ਾਂਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲੋਂ ਮਿਲਣੀ। ਉਹ ਸ਼ਾਂਤੀ ਦੇ ਦਾਤੇ ਬਾਬਾ ਹਨੂਮਾਨ ਸਿੰਘ ਜੀ ਨੇ, ਉਹ ਸ਼ਾਂਤੀ ਦੇ ਦਾਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ। ਸ਼ਾਂਤੀ ਮੰਗੋ, ਸ਼ਾਂਤੀ ਮਨ ਵਿੱਚ ਹੋਏਗੀ, ਫਿਰ ਜੇ ਜਿੰਨਾ ਕੁ ਵੀ ਸਾਡਾ ਘਰ ਬਾਹਰ ਜੋ ਕੁਝ ਸਾਨੂੰ ਦਿੱਤਾ ਨਾ, ਅਸੀਂ ਉਹਦੇ 'ਚ ਹੀ ਸੰਤੁਸ਼ਟ ਹੋਵਾਂਗੇ। ਇੱਕ ਮੈਂ ਛੋਟੀ ਜਿਹੀ ਨਾ ਗਾਥਾ ਸੁਣੀ। ਵੱਡਾ ਰੋਡ ਕਿਤੇ ਜਾਮ ਹੋ ਗਿਆ ਤੇ ਟ੍ਰੈਫਿਕ ਤੁਹਾਨੂੰ ਪਤਾ ਕਨਵਰਟ ਹੋ ਜਾਂਦੀ ਹੈ। ਕਈ ਵਾਰ ਪਿੰਡਾਂ ਵਿੱਚ ਦੀ ਲੰਘਣਾ, ਉਹਨਾਂ ਰਾਹਾਂ ਤੋਂ ਵੀ ਲੰਘਣਾ ਪੈਂਦਾ ਜਿਨ੍ਹਾਂ ਦੇ ਨਾਂ ਕਦੇ ਨਾ ਸੁਣੇ ਹੁੰਦੇ ਆ, ਨਾ ਰਾਹ ਵੇਖੇ ਹੁੰਦੇ ਆ। ਇੱਕ ਬਹੁਤਾ ਅਮੀਰ ਬੰਦਾ ਵੀ ਉਸ ਕਾਫਲੇ 'ਚ, ਬਹੁਤਾ ਅਮੀਰ, ਉਹ ਹੁਣ ਪਿੰਡ ਵਿੱਚ ਦੀ ਉਹ ਗੱਡੀਆਂ ਲੰਘ ਰਹੀਆਂ ਨੇ, ਵੱਡਾ ਰੋਡ ਬੰਦ ਹੈ, ਇੱਕ ਘਰ ਦਾ ਦਰਵਾਜ਼ਾ ਖੁੱਲਾ। ਹੁਣ ਇੱਕ ਜਿਹੜਾ ਮਿਡਲ ਕਲਾਸ ਵਾਲਾ ਬੰਦਾ, ਨਾ ਉਹਨੂੰ ਕੋਈ ਜਿੰਦੇ ਤਾਲਿਆਂ ਦਾ ਫਿਕਰ ਹੈ, ਨਾ ਉਹਨੂੰ ਕੋਈ ਪਹਿਰੇਦਾਰਾਂ ਦਾ, ਨਾ ਕੋਈ ਨੌਕਰਾਂ ਚਾਕਰਾਂ ਦਾ, ਕਿਉਂਕਿ ਉਹ ਕਹਿੰਦਾ ਆਪਣੇ ਕੋਲੇ ਹੈ ਹੀ ਕੀ ਹੈ ਜਿਹੜਾ ਕੋਈ ਲੈ ਜਾਏਗਾ, ਪਰ ਉਹਦੇ ਕੋਲੇ ਸ਼ਾਂਤੀ ਹੁੰਦੀ ਹੈ। ਉਹ ਆਪ ਦੋਵੇਂ ਜਾਣੇ ਤੇ ਉਹਨਾਂ ਦੇ 2 ਬੱਚੇ ਇੰਨੇ ਖੁਸ਼ ਹੋ ਕੇ ਉਹ ਬਾਹਰ ਵਿਹੜੇ 'ਚ ਬੈਠੇ ਮੰਜੇ ਤੇ ਪ੍ਰਸ਼ਾਦਾ ਛਕ ਰਿਹਾ, ਨਾਲੇ ਇੰਨਾ ਹੱਸ ਰਿਹਾ, ਇੰਨਾ ਖੁਸ਼ ਹੋ ਰਿਹਾ। ਤੇ ਅਮੀਰ ਬੰਦੇ ਨੇ ਜਦੋਂ ਜਾਮ ਲੱਗਿਆ, ਉਹਨਾਂ ਨੂੰ ਵੇਖਿਆ, ਉਹ ਗੱਡੀ ਸਾਈਡ ਤੇ ਲਾ ਕੇ ਉਹਨਾਂ ਕੋਲ ਚਲਿਆ ਗਿਆ। ਕਹਿੰਦਾ ਵੀ ਪੈਸਾ ਦੱਸੋ ਕਿੰਨਾ ਚਾਹੀਦਾ? ਉਹ ਕਹਿੰਦੇ ਜੀ ਕਾਹਦੇ ਲਈ, ਅਸੀਂ ਕਿਹੜਾ ਤੁਹਾਨੂੰ ਕੁਝ ਦਿੱਤਾ? ਉਹ ਕਹਿੰਦਾ ਨਹੀਂ, ਆ ਜਿਹੜਾ ਹਾਸਾ ਤੁਹਾਡੇ ਕੋਲ ਆ ਨਾ,
ਆ ਜਿਹੜੀ ਇੰਨੀ ਸੁੱਖ ਸ਼ਾਂਤੀ ਨਾਲ ਤੁਸੀਂ ਰੋਟੀ ਖਾ ਰਹੇ ਹੋ, ਇੰਨੇ ਖੁਸ਼ ਹੋ ਕੇ ਰੋਟੀ ਖਾ ਰਹੇ ਹੋ, ਇਹ ਦਾਤ ਕਿੱਥੋਂ ਮਿਲਦੀ ਆ? ਜਾਂ ਜੇ ਤੁਹਾਡੇ ਕੋਲ ਮੈਨੂੰ ਦੇ ਦਿਓ, ਪੈਸਾ ਜਿੰਨਾ ਮਰਜ਼ੀ ਲੈ ਲਓ, ਮੇਰੇ ਕੋਲ ਪੈਸੇ ਦੀ ਕਮੀ ਨਹੀਂ, ਪਰ ਇੰਨੀ ਖੁਸ਼ੀ ਨਾਲ ਮੈਂ ਕਦੇ ਰੋਟੀ ਨਹੀਂ ਖਾਧੀ। ਇੰਨਾ ਖੁਸ਼ ਹੋ ਕੇ ਕਦੇ ਅਸੀਂ ਸਾਰੇ ਪਰਿਵਾਰ ਨੇ ਬੈਠ ਕੇ ਪ੍ਰਸ਼ਾਦਾ ਨਹੀਂ ਛਕਿਆ ਜਿੰਨਾ ਤੁਸੀਂ। ਤੁਹਾਡਾ ਤਾਂ ਘਰ ਵੀ ਮੈਂ ਵੇਖ ਰਿਹਾ ਕਿਹੋ ਜਿਹਾ ਵਾ। ਤੁਹਾਡੇ ਕੋਲ ਮੈਨੂੰ ਲੱਗਦਾ ਕੋਈ ਘਰ 'ਚ ਕੋਈ ਨਾ ਏਸੀ ਕੂਲਰ, ਕੋਈ ਸੁੱਖਾਂ ਦੇ ਸਾਧਨ ਵੀ ਨਹੀਂ ਨਜ਼ਰ ਆ ਰਹੇ, ਪਰ ਇੰਨੇ ਖੁਸ਼, ਇੰਨੀ ਖੁਸ਼ੀ ਇਹ ਕਿੱਥੋਂ ਤੁਹਾਨੂੰ ਮਿਲੀ ਹੈ? ਇਹ ਮੈਨੂੰ ਵੀ ਦੇ ਦਿਓ, ਤੁਹਾਨੂੰ ਮੈਂ ਕੀਮਤ ਦੇਣ ਵਾਸਤੇ ਤਿਆਰ ਹਾਂ। ਉਹ ਕਹਿੰਦੇ ਜੀ ਇਹ ਕੀਮਤਾਂ ਨਾਲ ਨਹੀਂ ਮਿਲਦੀਆਂ, ਇਹ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਮਿਲਦੀਆਂ। ਇਹ ਪਰਮੇਸ਼ਰ ਦਾ ਨਾਮ ਜਪਿਆ ਇਹ ਚੀਜ਼ਾਂ ਮਿਲਦੀਆਂ ਨੇ, ਇਹ ਪੈਸਿਆਂ ਨਾਲ ਨਹੀਂ, ਪੈਸਿਆਂ ਨਾਲ ਮਿਲਦੀਆਂ ਹੁੰਦੀਆਂ ਇਹ ਤਾਂ ਰਾਵਣ ਵਰਗਿਆਂ ਨੇ ਖਰੀਦ ਕੇ ਰੱਖ ਲੈਣਾ ਸੀ ਸਾਰਾ ਕੁਝ। ਸਿਕੰਦਰ ਕਿੰਨੇ ਵੱਡੇ ਵੱਡੇ ਰਾਜੇ ਮਹਾਰਾਜੇ ਇਸ ਦੁਨੀਆ ਤੇ ਆਏ, ਅਮੀਰ ਬੰਦੇ ਆਏ ਤੇ ਅੱਜ ਵੀ ਨੇ, ਕੁਝ ਵੀ ਖਰੀਦ ਸਕਦੇ ਆ, ਕੁਝ ਵੀ ਖਰੀਦ ਸਕਦੇ ਆ, ਪਰ ਸ਼ਾਂਤੀ ਨਹੀਂ ਖਰੀਦੀ ਜਾ ਰਹੀ, ਆਨੰਦ ਨਹੀਂ ਖਰੀਦਿਆ ਜਾ ਰਿਹਾ, ਆਤਮਿਕ ਸੁੱਖ ਨਹੀਂ ਖਰੀਦਿਆ ਜਾ ਰਿਹਾ। ਜਿਵੇਂ ਸਿਕੰਦਰ ਬਾਦਸ਼ਾਹ ਨੂੰ ਕਿਹਾ ਸੀ ਨਾ ਕਿਸੇ ਫਕੀਰ ਨੇ, ਹਿੰਦੁਸਤਾਨ ਲੁੱਟਣ ਚੱਲਿਆ, ਕੋਈ ਫਕੀਰ ਲੁੱਟ ਕੇ ਲਿਆਈ, ਕੋਈ ਫਕੀਰ ਲੱਭਿਆ ਹੀ ਨਹੀਂ। ਜਿਹੜਾ ਉਹਦੇ ਨਾਲ ਜਾਣ ਲਈ ਤਿਆਰ, ਉਹ ਫਕੀਰ ਨਹੀਂ ਸੀ, ਜਿਹੜਾ ਫਕੀਰ ਸੀ ਉਹਦੇ ਨਾਲ ਜਾਣ ਵਾਸਤੇ ਤਿਆਰ ਨਹੀਂ, ਕਿਉਂਕਿ ਫਕੀਰ ਨੂੰ ਤਾਂ ਪਰਵਾਹ ਕੋਈ ਨਹੀਂ ਨਾ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ। ਜਿਹਦੇ ਪੱਖ 'ਚ ਰੱਬ ਖੜਾ ਹੈ, ਉਹ ਸਿਕੰਦਰ ਬਾਦਸ਼ਾਹ ਜਾਂ ਕਿਸੇ ਹੋਰ ਦੀ ਕੀ ਪਰਵਾਹ ਕਰਦਾ ਹੈ। ਤੁਮਾਰੇ ਕਹਿੰਦੇ ਆ ਸ਼ਾਂਤ ਪਾਈ ਗੁਰ ਸਤਿਗੁਰ ਪੂਰੈ, ਸੁਖ ਉਪਜੈ ਵਾਜੇ ਅਨਾਦ ਤੂਰੇ। ਫਿਰ ਅੰਦਰ ਸੁੱਖ ਦੇ ਉਹ ਵਾਜੇ ਵੱਜਣ ਲੱਗ ਪੈਂਦੇ ਆ। ਜਿਹੜੇ ਭਾਈ ਅੰਦਰ ਸੁੱਖ ਦਿੰਦੇ ਆ, ਉਸ ਦੇ ਅੰਦਰ ਸਾਰੇ ਸੁੱਖ ਪੈਦਾ ਹੋ ਗਏ, ਸੁੱਖਾਂ ਦੇ ਵਾਜੇ ਵੱਜ ਗਏ, ਅੰਦਰੋਂ ਹੀ ਸਾਰਾ ਕੁਝ ਨਜ਼ਰ ਆਉਣ ਲੱਗ ਪਿਆ। ਫਿਰ ਇਹੋ ਜਿਹੇ ਲੋਕ ਜਦੋਂ ਅੰਦਰੋਂ ਸੁੱਖਾਂ ਦੇ ਸਾਹ ਲੈਂਦੇ ਆ ਨਾ, ਜਿਹਨੂੰ ਆਪਾਂ ਕਹਿੰਦੇ ਆ ਜੀ ਬਚਨ ਸੁਣ ਕੇ ਠੰਡ ਪੈ ਗਈ, ਆਹ ਗੱਲ ਸੁਣ ਕੇ ਠੰਡ ਪੈ ਗਈ। ਉਹਨੂੰ ਠੰਡ ਆ ਏਸੀਆਂ ਵਾਲੀ ਠੰਡ ਨਹੀਂ ਹੈ, ਠੰਡ ਆ ਸਿਆਲ ਦੀ ਰੁੱਤ ਵਾਲੀ ਠੰਡ ਨਹੀਂ। ਉਹ ਠੰਡ ਕੀ ਹੈ? ਕਿਉਂਕਿ ਜਦੋਂ ਗੁਰੂ ਸਾਹਿਬ ਬੋਲਦੇ ਆ, ਗੁਰੂ ਦਾ ਇੱਕ ਇੱਕ ਬਚਨ ਭਟਕਦੇ ਹੋਏ ਭੁੱਜਦੇ ਹੋਏ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਜਿਹਨੂੰ ਮਹਾਰਾਜ ਸਾਹਿਬ ਨੇ ਕਿਹਾ न शीतलंग चंद्र देव है न शीतलंग बावन चंद्र है, चंद्रमा की रोशनी भी ठंडी नहीं होनी, चंदन भी उन्ना ठंडा नहीं। शीतलंग साध स्वजन है, जिन्ना एक गुरु महापुरुष दा रब दी बंदगी करने वाले दा जां धन श्री गुरु ग्रंथ साहब महाराज दा बचन ठंडा, उन्नी ठंड तेनू ना चंद्रमा दवे ना तेनू चंदन दवे। और मत्थे ते जेड़े लोग चंदन दा टिक्का लाउंदे इसे करके लाउंदे आ भी दिमाग ठंडा रवे, क्योंकि मन हर वेले कलप रहा, मन हर वेले भुज रहा। वो पाठ करते भी माड़ा फिरते भी तड़फी जा रहे, फिर चंदन के टिक्के लाने पैंदे आ। तो महाराज साहब कहते आ ते एक बचन तुहानू याद ही है, साचा नाम मेरा आधारो, साच नाम आधार मेरा, जिन भुखा सब गवाइया कर शांत सुख। हुण पहला शांत किया, पहला शांति कर शांत सुख, फिर सुख गए, शांति तो बाद सुख आएगा। कदे मन भटकेगा ते कलपेगा नहीं। जिहदे मन विच पहला शांति आएगी वो परमात्मा दे शुकराने विच जुड़ेगा, और ये शांति तुहानू किसी कीमत ते नहीं मिलेगी। परमेश्वर आप हुआ रखवाला, और ये शांति आउंदी किन्ने क समय च आउंदी? तुसीं कहो जी किन्ने साल लगणगे शांति हासिल करन लई? चलो गुरु ग्रंथ साहब तो शांति मिलनी आ, इत्थे बाबा जी तो शांति मिलनी समा। हुण आ भी बचन मारे ने क्लीयर कर दिता, क्योंकि असीं कोई दवाई लैण जाइए ना पहलां पुछदे जी किन्ना समा खानी पऊ, किन्ने समय च मैं ठीक हो जाऊं। कोई काम कराउण जाइए उहनूं पुछीदा भी किन्ने समय च काम हो जाएगा। ते जे असीं धर्म दी दुनिया चाहुंदे आ, इत्थे आके भी पहलां पुछीदा समा किन्ना लगेगा। इत्थे शर्तां ला के कुछ नहीं हुंदा, इत्थे समय दीयां कोई बंदशां नहीं। इत्थे तां आके कोई मत्था टेके, मत्था टेकदे ही किरपा हो जाती है। कई बार 12-12 साल भी लग जाते। बाबा जेठा जी ने 21-22 साल सेवा की है, बाबा अमरदास ने 12 साल सेवा की, बाबा लैणा जी ने 7 साल सेवा की, पता नहीं कितना समा लगे। बाबा बुढ़ा साहब ने तां 125 चो 113 साल सेवा जी लंघा दिते। धर्म की दुनिया च धर्म के राह ते चल के मन काहल विच ना आवे। बाणी पढ़दियां काहल, जिन्ना क समा तुहाडे कोले उन्ना क समा पढ़ लो। ये नहीं कि आपां एक फॉर्मैलिटी करनी आ,
ਉਹਦਾ ਕੋਈ ਫਾਇਦਾ ਨਹੀਂ। ਜਿੰਨਾ ਕੁ ਸਮਾਂ ਹੈ, ਜਿੰਨਾ ਕੁ ਸਹਿਜ ਵਿੱਚ ਪੜ੍ਹ ਸਕਦੇ ਹੋ, ਕੋਈ ਸ਼ਬਦ ਅੰਦਰ ਤਾਂ ਜਾਵੇ, ਪਤਾ ਤਾਂ ਲੱਗੇ ਪੜ੍ਹ ਕੀ ਰਹੇ ਆ। ਤੇ ਪੰਕਤੀ ਤੇ ਧਿਆਨ ਨਹੀਂ, ਪੜ੍ਹ ਰਹੇ ਆ ਲੇਕਿਨ ਪਤਾ ਨਹੀਂ ਕਿਹੜੀ ਪੰਕਤੀ ਪੜ੍ਹ ਰਹੇ ਆ। ਜੇ ਪੇਜ ਇੱਧਰ ਉੱਧਰ ਹੋ ਜਾਏ, ਪੰਕਤੀ ਨਹੀਂ ਲੱਭਦੀ, ਕਿਉਂਕਿ ਧਿਆਨ ਉੱਥੇ ਨਹੀਂ, ਮਨ ਉੱਥੇ ਨਹੀਂ ਹੈ। ਮਨ ਤਾਂ ਦੁਨੀਆ ਦੇ ਕੰਮ ਕਾਜਾਂ ਨੂੰ ਦੌੜਿਆ ਫਿਰਦਾ ਹੈ। ਮਨ ਤਾਂ ਇੱਧਰ ਨਾਲ ਟੈਲੀਫੋਨ ਵੀ ਸੁਣੀ ਜਾਂਦਾ, ਨਾਲ ਘਰਦਿਆਂ ਨੂੰ ਕੰਮ ਵੀ ਦੱਸੀ ਜਾਂਦਾ, ਨਾਲ ਬੱਚਿਆਂ ਨੂੰ ਵੀ ਡਾਂਟੀ ਜਾਂਦਾ, ਤੇ ਨਾਲ ਪਾਠ ਵੀ ਚੱਲੀ ਜਾਂਦਾ। ਪਾਠ ਕਰਦਾ, ਪੱਗ ਬੰਨ ਰਿਹਾ, ਕਹਿੰਦਾ ਬਸ ਗੱਡੀ 'ਚ ਬੈਠ ਕੇ ਆ ਗਿਆ, ਪਹੁੰਚਣ ਵਾਲਾ ਹੀ ਆ। ਝੂਠ ਵੀ ਨਾਲ ਨਾਲ ਚੱਲ ਰਿਹਾ। ਫਿਰ ਕਹਿੰਦੇ ਜੀ ਬਾਣੀ ਪੜੀ ਦੀ ਆ, ਮਨ ਨਹੀਂ ਟਿਕਦਾ, ਕੋਈ ਫਲ ਨਹੀਂ ਮਿਲ ਰਿਹਾ, ਕੋਈ ਰਸ ਨਹੀਂ ਆ ਰਿਹਾ। ਪਾਤਸ਼ਾਹ ਕਹਿੰਦੇ ਦੁੱਧ ਜਮਾਉਣ ਵਾਸਤੇ ਵੀ ਟਿਕਾ ਕੇ ਰੱਖਣਾ ਪੈਂਦਾ ਹੈ। ਇੰਨੇ ਜਨਮਾਂ ਦੇ ਪਾਰੇ ਵਰਗੇ ਭਟਕੇ ਹੋਏ ਮਨ ਨੂੰ, ਖਿੰਡੇ ਹੋਏ ਮਨ ਨੂੰ ਤੂੰ ਇੱਕੇ ਵਾਰੀ 'ਚ ਇਕੱਠਾ ਕਰਨਾ ਚਾਹੁੰਦਾ। ਮਿਹਨਤ ਕਰ, ਕੋਸ਼ਿਸ਼ ਕਰ, ਯਤਨ ਕਰ। ਸਤਿਗੁਰੂ ਜਿਵੇਂ ਜਿਵੇਂ ਤੈਨੂੰ ਮਾਰਗ ਦੱਸ ਰਿਹਾ, ਉਸ ਮਾਰਗ ਤੇ ਚੱਲ, ਇਹ ਟਿਕੇਗਾ। ਸਮਾਂ ਲੱਗ ਜਾਂਦਾ, ਇਸ ਲਈ ਸ਼ਾਂਤੀ, ਪਰਮੇਸ਼ਰ ਆਪ ਹੁਆ ਰਖਵਾਲਾ, ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ। ਲੋ ਖਿਨ ਕਿੰਨਾ ਕੁ ਹੁੰਦਾ? 1 ਸਕਿੰਟ ਕਹਿ ਲੋ, ਚਲੋ ਅੱਜ ਦੀ ਭਾਸ਼ਾ 'ਚ। ਇਹ ਸ਼ਾਂਤੀ ਔਰ ਸੁਖ ਇੱਕ ਖਿਨ ਵਿੱਚ ਪੈਦਾ ਹੋਣਗੇ, ਇੱਕ ਖਿਨ ਵਿੱਚ ਪੈਦਾ ਹੋਣਗੇ। ਪਰ ਜੇ ਅਸੀਂ ਗੁਰੂ ਨੂੰ ਤਨ ਮਨ ਧਨ ਸਭ ਸੌਂਪ ਗੁਰੂ ਕੋ ਜੇ ਸਮਰਪਣ ਕਰਾਂਗੇ, ਇਹ ਨਾ ਹੋਵੇ ਤਨ ਸਮਰਪਣ ਕਰੀਏ ਮਨ ਕੋਲ ਹੀ ਰੱਖੇ। ਇਹ ਗੱਲ ਸਾਰੀ ਮਨ ਦੀ ਹੈ। ਸੁਖ, ਸ਼ਾਂਤੀ, ਆਨੰਦ, ਇਹ ਸਾਰੇ ਵਿਸ਼ੇ ਮਨ ਦੇ ਹੀ ਆ। ਮਨ ਗੁਰੂ ਨੂੰ ਦੇਣਾ ਜ਼ਰੂਰੀ ਹੋਏਗਾ। ਤਨ ਤਾਂ ਰਿਸਟ ਪੋਸਟ ਹੈ, ਦਿਸ ਰਿਹਾ, ਕੋਈ ਦਿੱਕਤ ਨਹੀਂ। ਅੱਛਾ, ਜੇ ਇਹਨੂੰ ਕੋਈ ਦਿੱਕਤ ਹੋਈ ਸੀ, ਡਾਕਟਰ ਤੋਂ ਦਵਾਈ ਲੈ ਲਾਂਗੇ, ਪਰ ਮਨ ਦਾ ਇਲਾਜ ਕੌਣ ਕਰੇਗਾ? ਮਨ ਮੈਲਾ ਹੈ, ਮਨ ਨੂੰ ਰੋਗ ਲੱਗਿਆ, ਮਨ ਨੂੰ ਸੰਤਾਪ ਲੱਗਿਆ, ਮਨ ਔਗਣਾਂ ਦੇ ਵਿੱਚ ਗਰਸਿਆ ਹੋਇਆ, ਮਨ ਭਟਕਿਆ ਹੋਇਆ, ਮਨ ਖਿੰਡਿਆ, ਮਨ ਨੂੰ ਨਹੀਂ ਕੋਈ ਅਹਿਸਾਸ ਹੋ ਰਿਹਾ। ਇਲਾਜ ਤਾਂ ਅਸੀਂ ਮਨ ਦਾ ਕਰਾਉਣਾ ਤੇ ਉਹੀ ਦੇਣਾ ਨਹੀਂ ਚਾਹੁੰਦੇ। ਜਿਹੜੀ ਚੀਜ਼ ਖਰਾਬ ਹੋਵੇ, ਅਸੀਂ ਡਾਕਟਰ ਨੂੰ ਉਹੀ ਦੱਸੀ ਦੀ ਆ ਨਾ, ਵੀ ਮੇਰੇ ਕਿਡਨੀਆਂ 'ਚ ਨੁਕਸ ਹੈ, ਮੇਰੇ ਲਿਵਰ 'ਚ ਨੁਕਸ ਹੈ, ਮੇਰੇ ਹਾਰਟ 'ਚ ਨੁਕਸ ਹੈ, ਮੇਰੇ ਬ੍ਰੇਨ 'ਚ ਨੁਕਸ ਹੈ, ਇਹਨੂੰ ਠੀਕ ਕਰੋ। ਤੇ ਜੇ ਆਪਾਂ ਉਹ ਚੀਜ਼ ਉਹਦੇ ਹਵਾਲੇ ਨਾ ਕਰੀਏ ਤੇ ਕਹੀਏ ਵੀ ਠੀਕ ਵੀ ਕਰ, ਕਿਵੇਂ ਕਰੇਗਾ? ਲੱਤ ਬਾਂਹ ਤੇ ਸੱਟ ਫੇਟ ਵੱਜੀ, ਆਪਾਂ ਪਹਿਲਾਂ ਉਹ ਚੀਜ਼ ਅੱਗੇ, ਜਿਵੇਂ ਲੱਤ ਦੇ ਵੱਜੀ ਲੱਤ ਅੱਗੇ ਰੱਖਿਆ, ਵੇਖੋ ਜੀ ਸੱਟ ਵੱਜੀ, ਇਹਨੂੰ ਠੀਕ ਕਰੋ। ਮੇਰੇ ਹੱਥ ਤੇ ਸੱਟ ਵੱਜੀ, ਇਹਨੂੰ ਠੀਕ ਕਰੋ। ਜੇ ਹੱਥ ਤੇ ਸੱਟ ਤੇ ਲੱਤ ਅੱਗੇ ਕਰੀਏ, ਉਹਨੇ ਕਹਿਣਾ ਭਾਈ ਜਿੱਥੇ ਜ਼ਖਮ ਹੈ, ਜਿੱਥੇ ਸੱਟ ਵੱਜੀ ਆ, ਉਹ ਮੈਨੂੰ ਜਗ੍ਹਾ ਦਿਖਾ ਤਾਂ ਕਿ ਮੈਨੂੰ ਇਲਾਜ ਕਰਨਾ ਸੌਖਾ ਹੋਵੇ। ਅੱਜ ਸਾਰੇ ਤਰ੍ਹਾਂ ਦਾ ਰੋਗੀ ਜਿਹੜਾ ਉਹ ਮਨ ਬਣਿਆ ਹੋਇਆ, ਤੇ ਮਨ ਅਸੀਂ ਕਹਿੰਦੇ ਆ ਵੀ ਪਾਤਸ਼ਾਹ ਸਾਡੇ ਕੋਲ ਹੀ ਰਹਿਣ। ਮਨ ਗੁਰੂ ਨੂੰ ਸਮਰਪਣ ਕਰੋ। ਮਨ ਵੇਚੈ ਸਤਿਗੁਰ ਕੇ ਪਾਸ, ਤੇ ਸੇਵਕੇ ਕਾਰਜ ਰਾਜੇ ਮਨ ਹਵਾਲੇ ਕੀਤਾ। ਫਿਰ ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ। ਮਨ ਹੋਆ ਸਦਾ ਸੁਖਾਲਾ, ਮਨ ਹੋਆ ਸਦਾ ਸੁਖਾਲਾ। ਇੱਕ ਖਿਨ ਵਿੱਚ ਸ਼ਾਂਤੀ ਸੁਖ ਪੈਦਾ ਹੋਣਗੇ, ਔਰ ਮਨ ਸਦਾ ਵਾਸਤੇ ਸੌਖਾ ਹੋ ਜਾਏਗਾ। ਮਨ ਸਦਾ ਵਾਸਤੇ ਸੌਖਾ ਹੋ ਜਾਏਗਾ। ਇਸ ਲਈ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਉਨੇ ਆ, ਤੋਂ ਮਹਾਰਾਜ ਨੂੰ ਕਹੀਏ, ਸਤਿਗੁਰੂ ਪਾਤਸ਼ਾਹ ਅਸੀਂ ਹੁਣ ਤੱਕ ਸੁਖ ਸ਼ਾਂਤੀ ਮੰਗੀ ਆ, ਸਾਨੂੰ ਪਹਿਲਾਂ ਸ਼ਾਂਤੀ ਤੇ ਫਿਰ ਸੁਖ ਦੇ। ਸੁਖ ਔਰ ਸ਼ਾਂਤੀ, ਸ਼ਾਂਤੀ ਔਰ ਸੁਖ, ਇਹ ਸਾਰੀਆਂ ਬਰਕਤਾਂ ਬਖਸ਼ਿਸ਼ਾਂ ਪਰਮੇਸ਼ਰ ਦੇ ਨਾਮ ਵਿੱਚ ਨੇ। ਇਸ ਲਈ ਗੁਰੂ ਤੋਂ ਪਰਮਾਤਮਾ ਦਾ ਨਾਮ ਮੰਗੋ, ਜਿਸ ਨਾਮ ਦੇ ਨਾਲ ਸਾਨੂੰ ਸੁਖ ਸ਼ਾਂਤੀ, ਸਾਡਾ ਜੀਵਨ ਸੌਖਾ ਹੋ ਜਾਏ, ਸਾਡੇ ਘਰਾਂ ਵਿੱਚ ਸ਼ਾਂਤੀ ਵੀ ਆਵੇ, ਸੁਖ ਵੀ ਆਵੇ। ਜਿੰਨਾ ਕੁ ਕੁਝ ਸਾਨੂੰ ਪਰਮਾਤਮਾ ਨੇ ਦਿੱਤਾ, ਅਸੀਂ ਉਹਦੇ ਵਿੱਚ ਰਹਿੰਦੇ ਹੋਏ ਪਰਮਾਤਮਾ ਦਾ ਧੰਨਵਾਦ ਕਰੀਏ। ਆਓ ਉਸ ਪਰਮਾਤਮਾ ਦਾ ਰੂਪ ਸਾਡੇ ਸਾਹਮਣੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਿਆਨ ਕਰ ਰਹੇ ਨੇ। ਨਾਲ ਨਾਲ ਮਹਾਰਾਜ ਸਾਹਿਬ ਦੇ ਬਚਨ ਲੈ ਕੇ ਚੱਲੀਏ। ਅੱਜ ਜਾਪ ਸਾਹਿਬ ਦੀ ਪਾਵਨ ਬਾਣੀ 80ਵਾਂ ਛੰਤ ਹੈ। ਮਹਾਰਾਜ ਕਹਿ ਰਿਹਾ, ਨਾਮ ਠਾਮ ਨਾ ਜਾਤ ਜਾਕਰ, ਰੂਪ ਰੰਗ ਨਾ ਰੇਖ। ਰੱਬ ਦਾ ਕੋਈ ਇੱਕ ਨਾਮ ਨਹੀਂ, ਨਾਮ ਬਹੁਤ ਨੇ ਲੇਕਿਨ ਕੋਈ ਇੱਕ ਵਿਸ਼ੇਸ਼ ਨਾਮ ਨਹੀਂ ਹੈ। ਕੋਈ ਇਹ ਨਾ ਸੋਚੇ ਇਕੱਲਾ ਵਾਹਿਗੁਰੂ ਕਹਿ ਕੇ ਉਹਨੇ ਮਿਲਣਾ, ਕੋਈ ਇਹ ਵੀ ਨਾ ਸੋਚੇ ਇਕੱਲਾ ਰਾਮ ਕਹਿ ਕੇ ਉਹਨੇ ਮਿਲਣਾ, ਕੋਈ ਇਹ ਨਾ ਸੋਚੇ ਅੱਲਾ ਕਹਿ ਕੇ ਉਹਨੇ ਮਿਲਣਾ। 99 ਨਾਮ ਇਸਲਾਮ ਧਰਮ ਵਿੱਚ ਨੇ। ਸ਼ੇਸ਼ ਨਾਗ ਵਰਗੇ 1.25 ਲੱਖ ਨਾਮ ਹਰ ਰੋਜ਼ ਰੱਬ ਦਾ ਲੈ ਰਹੇ ਆ। ਉਹਦਾ ਨਾਮ ਗੋਬਿੰਦ ਵੀ ਹੈ, ਬੀਠਲ ਵੀ ਹੈ, ਰਹੀਮ ਵੀ ਹੈ, ਕਰੀਮ ਵੀ ਹੈ, ਬੜੇ ਨਾਮ ਨੇ ਉਸ ਪਰਮਾਤਮਾ ਦੇ। ਕੋਈ ਬੋਲੇ ਰਾਮ ਰਾਮ, ਕੋਈ ਉਹਨੂੰ ਰਾਮ ਕਹਿ ਰਿਹਾ ਹੈ। तो महाराज साहब कहते आ, कोई बोले राम राम, कोई खुदाए, कोई सेवा गुसैया, कोई अल्लाह है, कारण करण करीम, कृपा धार रहीम। किन्ने नाम ने उस परमात्मा दे। तो महाराज साहब कहते आ,
ਇੱਕ ਨਾਮ ਨਹੀਂ ਹੈ, ਕੋਈ ਵਿਸ਼ੇਸ਼ ਇੱਕ ਨਾਮ ਨਹੀਂ ਆ। ਅੱਛਾ, ਜਿਹੜਾ ਨਾਮ ਸਾਨੂੰ ਚੰਗਾ ਲੱਗਦਾ, ਮਨ ਵਿੱਚ ਵਸ ਜਾਂਦਾ ਹੈ, ਉਹੀ ਨਾਮ ਸਾਡੇ ਲਈ ਚੰਗਾ। ਜਿਹੜੀ ਦਵਾਈ ਨਾਲ ਅਸੀਂ ਠੀਕ ਹੋ ਜਾਈਏ ਉਹੀ ਠੀਕ ਹੈ। ਥਾਮ, ਉਹਦੀ ਕੋਈ ਇੱਕ ਖਾਸ ਥਾਂ ਵੀ ਨਹੀਂ ਹੈ। ਥਾਮ ਦਾ ਮਤਲਬ ਥਾਂ ਟਿਕਾਣਾ। ਜਿਵੇਂ ਤੁਹਾਨੂੰ ਕੋਈ ਪੁੱਛੋ ਕਿੱਥੋਂ ਰਹਿੰਦੇ ਹੋ, ਤੁਸੀਂ ਕਹੋਗੇ 80 ਸੈਕਟਰ 'ਚ ਰਹਿੰਦੇ ਆ, 78 ਸੈਕਟਰ ਰਹਿੰਦੇ ਆ, 73 'ਚ ਰਹਿੰਦੇ ਆ, 70 'ਚ ਰਹਿੰਦੇ ਆ, ਚੰਡੀਗੜ੍ਹ ਰਹਿੰਦੇ ਆ, ਮੋਹਾਲੀ ਰਹਿੰਦੇ ਆ, ਪੰਚਕੂਲੇ ਰਹਿੰਦੇ ਆ, ਕਿੰਨਾ ਕੁਛ ਆ ਦੱਸੋ ਨੂੰ, ਫਲਾਨਾ ਪਿੰਡ ਹੈ ਸਾਡਾ। ਰੱਬ ਦਾ ਕੋਈ ਐਵੇਂ ਦਾ ਵਿਸ਼ੇਸ਼ ਥਾਂ ਨਹੀਂ। ਉਹਦਾ ਘਰ ਤਾਂ ਕੀ, ਕੋਈ ਇਹ ਵੀ ਨਹੀਂ ਕਹਿ ਸਕਦਾ ਰੱਬ ਗੁਰਦੁਆਰੇ 'ਚ ਹੀ ਰਹਿੰਦਾ ਹੈ। ਕੋਈ ਇਹ ਨਹੀਂ ਕਹਿ ਸਕਦਾ ਰੱਬ ਮੰਦਿਰ 'ਚ ਹੀ ਰਹਿੰਦਾ ਹੈ। ਕੋਈ ਇਹ ਨਹੀਂ ਕਹਿ ਸਕਦਾ ਰੱਬ ਚਰਚ ਵਿੱਚ ਰਹਿੰਦਾ ਹੈ। ਹਾਂ, ਉਹ ਇਸਲਾਮ ਧਰਮ ਦੀ ਧਾਰਨਾ ਹੈ ਕਿ ਰੱਬ ਕਿ ਜਿਹੜਾ ਪ੍ਰਮਾਤਮਾ ਅੱਲਾਹ ਤਾਲਾ ਖੁਦਾਵੰਦ ਕਰੀਮ, ਇਸਲਾਮ ਕਹਿੰਦਾ ਉਹ ਮੱਕੇ ਦੀ ਧਰਤੀ ਕਾਬੇ ਦੇ ਵਿੱਚ ਹੈ। ਔਰ ਸਨਾਤਨ ਮਤ ਦਾ ਵਿਸ਼ਵਾਸ ਇਹ ਹੈ ਕਿ ਜਗਨਨਾਥਪੁਰੀ ਹੈ ਰੱਬ, ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅਲ ਮਕਾਮਾ। ਤਾਂ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਨੇ ਫਿਰ ਬੜੇ ਪਿਆਰ ਨਾਲ ਪੁੱਛਿਆ ਸੀ, ਭਾਈ ਜਿਹੜਾ ਜਗਨਨਾਥ ਹੈ ਉਹ ਇੱਕ ਜਗ੍ਹਾ ਨਹੀਂ, ਜਗਨਨਾਥ ਸਾਰੇ ਸੰਸਾਰ ਦਾ ਮਾਲਕ ਇੱਕ ਜਗ੍ਹਾ ਤੇ ਰਹਿ ਕੇ ਕਿਵੇਂ ਕੰਟਰੋਲ ਕਰ ਸਕਦਾ? ਉਹ ਤਾਂ ਸਾਰੀਆਂ ਥਾਵਾਂ ਤੇ। ਪਰਮਾਤਮਾ ਦੇ ਅਰਥ ਕੀ ਨੇ? ਪਰਮ ਆਤਮਾ, ਜਿਹੜੀ ਸਭ ਤੋਂ ਵੱਡੀ ਆਤਮਾ, ਸਭ ਤੋਂ ਵੱਡੀ ਆਤਮਾ ਸਾਰੀਆਂ ਆਤਮਾ ਵਿੱਚ ਪ੍ਰਵੇਸ਼ ਕੀਤਾ ਹੋਇਆ। ਮਹਾਰਾਜ ਸਾਹਿਬ ਨੇ ਕਾਜੀ ਰੁਕਨਦੀਨ ਨੂੰ ਪੁੱਛਿਆ, ਭਾਈ ਤੁਸੀਂ ਕਿਵੇਂ ਕਹਿ ਰਹੇ ਹੋ ਰੱਬ ਇੱਥੇ ਆ? ਫਿਰ ਅਵਰ ਮੁਲਕ ਕਿਸਕੇ ਰਾ, ਅੱਲਾਹ ਹੈ ਏਕ ਮਸੀਤ ਵਸਤ ਗਏ, ਅਵਰ ਮੁਲਕ ਕਿਸਕੇ ਰਾ। ਜੇ ਤੁਸੀਂ ਕਹਿੰਦੇ ਹੋ ਅੱਲਾਹ ਮਸੀਤ ਵਿੱਚ ਹੈ, ਫਿਰ ਬਾਕੀ ਦੁਨੀਆ ਕਿਹਦੇ ਆਸਰੇ ਆ? ਬਾਕੀ ਦੁਨੀਆ ਨੂੰ ਕੌਣ ਚਲਾ ਰਿਹਾ? ਫਿਰ ਬਾਕੀ ਧਰਮਾਂ ਦੇ ਲੋਕ ਰੱਬ ਨੂੰ ਕਿਵੇਂ ਮਿਲਣ? ਖੁਦਾ ਤਾਂ ਇੱਥੇ ਹੀ ਰਹਿੰਦਾ ਹੈ। ਫਿਰ ਤੁਸੀਂ ਅੱਜ ਮੱਕੇ ਦਾ ਹੱਜ ਜਿਹਨੇ ਕਰਨਾ ਹੋਵੇ ਨਾ, ਉਹਦਾ ਮੁਸਲਮਾਨ ਹੋਣਾ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਦਾ ਮੱਕੇ ਜਾਣਾ ਇਸੇ ਕਰਕੇ ਚਰਚਾ ਚ ਹੈ, ਕਿਉਂਕਿ ਮੁਸਲਮਾਨ ਨਹੀਂ ਸੀ ਪਰ ਗਏ। ਇੱਕ ਬੰਦਾ ਹੋਰ ਵੀ ਗਿਆ, ਉਹਦਾ ਇਸ ਕਰਕੇ ਜ਼ਿਕਰ ਨਹੀਂ ਕੋਈ ਕਰਦਾ, ਉਹ ਗਿਆ ਤੇ ਉੱਥੇ ਇਸਲਾਮ ਧਾਰਨ ਕਰਕੇ ਵਾਪਸ ਆਇਆ। ਗੁਰੂ ਨਾਨਕ ਸਾਹਿਬ ਇਸਲਾਮ ਵਿੱਚ ਨਹੀਂ ਗਏ, ਇਸਲਾਮ ਧਰਮ ਦੇ ਧਾਰਨੀਆਂ ਨੂੰ ਆਪਣੇ ਸਿੱਖ ਬਣਾ ਕੇ ਆਏ। ਰੱਬ ਦੀ ਕੋਈ ਇੱਕ ਥਾਂ ਨਹੀਂ ਹੈ ਤੇ ਉਹਦਾ ਇੱਕ ਕੋਈ ਵਿਸ਼ੇਸ਼ ਨਾਮ ਨਹੀਂ ਹੈ। ਉਹ ਤਾਂ ਮਾਰੇ ਕੱਲ ਵੀ ਬਚਨ ਆਇਆ ਸੀ, ਜੱਤਰ ਤੱਤਰ ਬਿਰਾਜ ਹੀ, ਜਿੱਥੇ ਕਿੱਥੇ ਆ ਤੂੰ ਸਾਰੀਆਂ ਜਗ੍ਹਾ ਤੇ ਬਿਰਾਜਮਾਨ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਦਾ ਹੈ ਨਾਲੇ। ਹਰ ਇੱਕ ਦੇਸ਼ ਵਿੱਚ ਹੈ, ਹਰ ਥਾਂ ਤੇ। ਨਾਮ ਥਾਮ ਨਾ ਜਾਤ, ਉਹਦੀ ਜਾਤ ਵੀ ਕੋਈ ਨਹੀਂ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੀ, ਕੋਈ ਉਹਦੀ ਜਾਤ ਨਹੀਂ ਹੈ। तो महाराज साहब कहते रूप रंग ना रेख, ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੰਗ ਨਹੀਂ, ਉਹਦਾ ਕੋਈ ਰੇਖ, ਉਹਦੀਆਂ ਰੇਖਾਵਾਂ ਨਹੀਂ। ਅਸੀਂ ਤਾਂ ਅੱਜ ਲੋਕਾਂ ਹੱਥ ਦਿਖਾਉਂਦੇ ਆ ਨਾ ਕਿ ਸਾਡੀਆਂ ਰੇਖਾਵਾਂ ਦੇਖੋ ਕੀ ਕਹਿੰਦੀਆਂ। ਰੱਬ ਦੀ ਕੋਈ ਰੇਖਾ ਨਹੀਂ ਹੈ। ਸਾਡੀਆਂ ਰੇਖਾਵਾਂ ਤੋਂ ਲੋਕ ਅੰਦਾਜ਼ੇ ਲਾ ਲੈਂਦੇ ਆ, ਪਰ ਰੱਬ ਦੀ ਕੌਣ ਕੋਈ ਰੇਖਾ, ਕੋਈ ਨਿਸ਼ਾਨੀ, ਕੋਈ ਰੰਗ ਬੰਨ ਕੁਝ ਵੀ ਨਹੀਂ ਆ ਉਸ ਪਰਮਾਤਮਾ ਦਾ। ਤਾਂ ਮਹਾਰਾਜ ਕਹਿੰਦੇ ਆ ਭਾਈ ਰੂਪ ਰੰਗ ਨਾ ਰੇਖ, ਜਾਕਰ ਜਾਤ ਜਾਕਰ, ਉਹਦੀ ਕੋਈ ਜਾਤ ਨਹੀਂ, ਉਹਦਾ ਕੋਈ ਰੂਪ ਰੰਗ, ਕੋਈ ਨਿਸ਼ਾਨ ਨਹੀਂ ਹੈ। ਆਮ ਅਸੀਂ ਵੇਖਣ ਚ ਮਨੁੱਖ ਦੇ ਹੱਥਾਂ ਦੀਆਂ ਰੇਖਾਵਾਂ ਵੇਖਦੇ ਹਾਂ, ਚਿੰਨ ਨੇ, ਪਰ ਪਰਮੇਸ਼ਰ ਦੀ ਕੋਈ ਰੇਖਾ, ਕੋਈ ਚਿੰਨ ਨਹੀਂ ਹੈ। ਪੁਲਿਸ ਵਾਲੇ ਜਿਹਨੂੰ ਫੜਨ ਨਾ, ਕੋਈ ਕੈਦੀ ਉਹਨਾਂ ਨੇ ਮੁਜਰਮ ਫੜਿਆ ਹੋਵੇ, ਉਹਦੇ ਸਰੀਰ ਤੇ ਕੋਈ ਸੱਟ ਫੇਟ ਦੇ ਨਿਸ਼ਾਨ ਹੋਣ, ਉਹ ਲਿਖਦੇ ਆ ਨਾਲ ਵੀ ਇਹਦੇ ਇੱਥੇ ਇੱਥੇ ਆਹ ਸੱਟ ਵੱਜੀ ਆ, ਆਹ ਨਿਸ਼ਾਨ ਹੈ। ਹੁਣ ਰੱਬ ਦਾ ਕੋਈ ਨਿਸ਼ਾਨ ਕੌਣ ਲਿਖੇਗਾ? ਪਰਮਾਤਮਾ ਮੰਨ ਲਓ ਕਿਸੇ ਨੂੰ ਮਿਲ ਵੀ ਪੈਂਦਾ, ਕਿਵੇਂ ਨਿਸ਼ਾਨੀ ਦੱਸੇਗਾ? ਭਾਈ ਵੀਰ ਸਿੰਘ ਸਾਹਿਬ ਨੇ ਕਿਹਾ ਨਿਰਾ ਨੂਰ ਤੁਸੀਂ ਹੱਥ ਨਹੀਂ ਆਏ, ਸਾਡੀ ਕੰਮ ਦੀ ਰਹੀ ਕਲਾ। ਤਾਂ ਇੱਕ ਨੂਰ, ਇੱਕ ਪ੍ਰਕਾਸ਼ ਹੈ, ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ, ਹੱਥ 'ਚ ਨਹੀਂ ਆਏ, ਕਿਉਂਕਿ ਆਕਾਰ ਕੋਈ ਨਹੀਂ, ਰੂਪ ਕੋਈ ਨਹੀਂ, ਰੰਗ ਕੋਈ ਨਹੀਂ, ਰੇਖ ਕੋਈ ਨਹੀਂ, ਸਾਰੀਆਂ ਚੀਜ਼ਾਂ ਤੋਂ ਭਿੰਨ ਹੈ। ਸੁਖਮਨੀ ਸਾਹਿਬ 'ਚ ਅਸੀਂ ਪੜ੍ਹਦੇ ਆ, ਰੂਪ ਨਾ ਰੇਖ ਨਾ ਰੰਗ ਕਿਛ, ਤੇਰੇ ਗੁਣ ਤੇ ਪ੍ਰਭ ਭਿੰਨ। ਪਰਮਾਤਮਾ ਇਹਨਾਂ ਤਿੰਨੇ ਗੁਣਾਂ ਤੋਂ ਭਿੰਨ ਹੈ। ਫਿਰ ਪੁੱਛਿਆ ਮਹਾਰਾਜ ਉਹਦਾ ਗਿਆਨ ਕਿਵੇਂ ਹੋਏਗਾ? ਕਹਿੰਦੇ ਜਿਹਦੇ ਤੇ ਉਹ ਪ੍ਰਸੰਨ ਹੋ ਜਾਏ, ਪ੍ਰਸੰਨ ਹੋ ਕੇ ਜਿਹਨੂੰ ਸਮਝ ਦੇ ਦੇ, ਜਿਹਨੂੰ ਆਪਣੀ ਬੂਝ ਦੇ ਦੇ, ਤੇ ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਬੂਝ ਦਾ ਮਤਲਬ ਸਮਝ, ਜਿਹਨੂੰ ਆਪਣੀ ਸਮਝ ਦੇਵੇ, ਗਿਆਨ ਦੇਵੇ, ਉਹਨੂੰ ਇਹ ਸਮਝ ਆਉਂਦੀ ਆ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ। ਜਿਹਨੂੰ ਉਹ ਜਣਾਉਂਦਾ ਉਹੀ ਜਾਣ ਸਕਦਾ, ਉਹੀ ਜਾਣਦਾ ਜਿਹਨੂੰ ਆਪਣੀ ਜਾਣਕਾਰੀ ਦੇਵੇ। ਨਹੀਂ ਤਾਂ ਇੱਥੇ ਬੜੀ ਦੁਨੀਆ ਇਸ ਚੱਕਰਾਂ 'ਚ ਲੱਗੀ ਹੋਈ ਆ, ਉਹਨਾਂ ਨੂੰ ਰੱਬ ਦਾ ਕੁਝ ਪਤਾ ਨਹੀਂ ਲੱਗ ਰਿਹਾ, ਪਰ ਦੁਨੀਆ ਕੋਲ ਦਾਅਵਾ ਕਰ ਰਿਹਾ ਕਿ ਸਾਨੂੰ ਪਤਾ। ਆਦ ਪੁਰਖ ਉਦਾਰ ਮੂਰਤ ਅਜੂਨ ਆਦ ਅਸੇਖ,
परमात्मा जिहड़ा वो सब दा आदि है। पुरख का मतलब सर्व जगह व्यापक है। उदार मूर्त परमात्मा नूं बहुत खुले दिल वाली जिहड़ी हस्ती मन्निया जाता है। उदार मूर्त वो कदे किसी नाल वैर भावना नहीं रखता, किसी बुरे भले चंगे माड़े रंग बन किसी जात नस्ल किसी गल का कोई वितकरा नहीं, बल्कि परमात्मा का एडा उदार चित, एडा खुले दिल वाला, एडे विशाल दिल वाला, इन्ना ज्ञानवान है। उन्हें जिथे जिथे जी पैदा किए उन्हों की ओह जी खुराक का भी उत्थे प्रबंध कर दिता। हुण जिहड़ी कणक मक्की बाजरे की रोटी असीं खाने ये बड़ियां कंट्रियां ने जिथे रोटी बनाउंदे नहीं, बर्गर पीजे के होर दूजे तीजे समान नाल ही चली जाता काम उन्हां दा। उन्हां दे शरीर ओह जे बना दिते। अच्छा इत्थे आपां फास्ट फूड ज्यादा खाइए बीमार हो जाईदा, वो रोज ही खाते आ। जिन्ने भी तुहाडे जानकार अजकल बड़ा बाहर जाण दा दौर है, पुछो टैलीफोनां ते भी रोटी वो कदे कदे ही मिलदी है। कोई मांस ही खाई जा रहा, कोई नशे ही करी जा रहा। परमात्मा ने किदां दा सिस्टम, जियां का आहार जी खावने, कईयां दी खुराक जी बना दिते, जीव ही जीव नूं खा रहे ने। अजोन आद असेख, असेख दा मतलब हुंदा अपार, बेअंत, मुकम्मल, संपूर्ण। रब तां उही है ना जिहड़ा संपूर्ण होवे, मुकम्मल होवे, जिहड़ा अपार होवे, जिहड़ा पारावार तो जिहड़ा बेअंत होवे, उही उही परमात्मा हुंदा है। ते परमात्मा जिहड़ा है, जिवें भाई साहब भाई गुरदास साहब ने एक दिन धन गुरु अर्जन देव पातशाह बैठे, बाबा बुढ़ा साहब ते होर बड़ी संगत बैठी। भाई गुरदास साहब कहंदे सतगुरु पातशाह जी वो अंत तुहाडा भी कोई नहीं, अंत साडा भी कोई नहीं, तुसी भी बेअंत हो असी भी बेअंत हां। महाराज हस पे, बाबा बुढ़ा साहब मुस्कुराए। सारी संगत बड़ी चक्कर च भी गुरु साहब तां बेअंत ने समझ आउंदा है, गुरु साहब अपार ने समझ आउंदा है, पर भाई गुरदास साहब आपां किवें बेअंत होए। वो कहंदे परमात्मा गुरु साहब तुहाडीआं दातां दा कोई अंत नहीं, साडे पापां दा कोई अंत नहीं, तुहाडे गुणां दा कोई अंत नहीं, साडे औगणां दा कोई अंत नहीं। तुहाडे गुण भी बेअंत, साडे औगण भी बेअंत, तुहाडीआं दातां बेअंत, साडे पाप बेअंत। कोई फर्क दसो की है? तो सो ना नाथ अनाथ ना मोस। फिर आ सवैया उन्होंने उचारिया, तोसो ना नाथ अनाथ ना मोसर, तोसो ना दानी ना मोस उपकारी। तुहाडे वर्गा दाता कोई नहीं, साडे वर्गा मंगता कोई नहीं है। एक मंगते बाहर लाइटां ते मंग रहे ने, किते होर खड़े मंग रहे आ, एक मंगता गुरु कोल आके भी मंग रहा, दिन रात मंग रहा। वो छोटे मंगते आ, इत्थे वड्डे मंगते मंग रहे आ। वो छोटियां वो तां रुपये 2 रुपये नाल खुश हो जाते, इत्थे करोड़ां नाल भी खुश नहीं हो रहे। वो तक झोंपड़ी च बैठे भी संतुष्ट ने, इत्थे वड्डे वड्डे महलों विच भी इंसान दुखी हो रहा है, फिर भी मंग रहा है। उन्हां कोले फटे पुराने कपड़े आपां वेखदे हां किहो जिहा, इत्थे अलमारियां नूं साह नहीं आउंदा, इन्ने कपड़े फिर भी दुखी। उन्हां नूं रोटी कोई दे गया खाली, नहीं तो बस रब आसरी आ काम। इत्थे 3-3 वार प्रशादा छक के भी संतुष्टि नहीं, कोई अंत नहीं। असीं भी बेअंत ही हां। भाई गुरदास साहब कहते मोसो ना दीन दयाल ना तोसर, मोसो ज्ञान ना तोसो विचारी, मोसो ना पतत ना पावन तोसर, मोसो विकारी ना तोसो पुकारी। मेरे है अवगुण तू गुण सागर। है कोई अंत? साडे औगुणा का कोई अंत नहीं, तेरे गुणा का कोई अंत नहीं। असीं औगुणा दे सागर हां, तू गुणा का सागर है। बेअंत ही है दोनों पासे। जात रसातल ओट तिहारी। ते भाई साहब भाई गुरदास साहब के बचन सुन के बाबा बुढ़ा साहब हसे। संगतां ने जदों दे अर्थ सुने, सारियां ने गुरु अर्जन देव महाराज नूं नमस्कार किया। पातशाह ठीक किया भाई साहब ने, साडे इन्ने औगण जेता समुंद सागर नीर भरिया, तेते औगणा मारे। हुण समुंदर दा कोई अंत थोड़ा, ते साडे औगणा दा भी फिर कोई अंत नहीं। पर परमात्मा बेअंत है, औगण एक खिन विच खत्म कर दिंदा है। वाहिगुरु जन्म मरण विच नहीं आउंदा। अजोन आद असेख, सारियां दा मुੱਢ गए। देश और ना भेज जाकर रूप देखना राग। वाहिगुरु दा ना कोई एक खास देश है, ना कोई ओदा एक खास भेष है। ओदा पहरावा भी एक नहीं, ओदा थां देश ठिकाना भी एक नहीं। कलगीधर पातशाह ने भाई मनी सिंह नूं कहा, जदों मत्था टेक के बैठे, कहंदे कागज कलम लियाओ। कागज कलम लियांदी, शाही लियांदी। महाराज कहंदे लिखो। की लिखा पातशाह? कहंदे जलस तू ही, जलां विच भी तू, थलस तू ही, आ सुकी जमीन दे विच भी तू, जमीन तू ही, जमीन ते भी तू, ते महाराज कहंदे जमां तू ही, आसमान विच भी तू। फिर कहंदे मकी तू ही, मका तू ही, नदस तू ही, नदस तू ही। हुण 6 घंटे तू ही दी रट ला दित्ती कि जिधर भी वेखदा तू ही तू है। मैनू एक भी जगह इहो जी लभी जिथे तू ना होवे।
देश और ना भेज जाकर। महाराज साहब कहते कोई देश ਇਹੋ ਜਿਹਾ ਨਹੀਂ ਜਿੱਥੇ ਉਹ ਨਾ ਹੋਵੇ, ਸਾਰੇ ਦੇਸ਼ ਉਹਦੇ ਆ ਤੇ ਇੱਕ ਕਿਸੇ ਵੱਖਰੇ ਵਿਸ਼ੇਸ਼ ਦੇਸ਼ ਵਿੱਚ ਨਹੀਂ ਉਹ ਬੈਠਾ, ਸਾਰੇ ਖੰਡਾਂ ਬ੍ਰਹਿਮੰਡਾਂ ਤਿੰਨਾਂ ਲੋਕਾਂ 'ਚ ਬੈਠਾ ਹੈ। ਉਹਦਾ ਇੱਕ ਪਹਿਰਾਵਾ ਵੀ ਨਹੀਂ ਹੈ। ਦੇਸ਼ ਔਰ ਨਾ ਭੇਜ ਜਾकर, रूप रेख ना राग। राग ਦਾ ਮਤਲਬ ਮੋਹ, ਉਹਨੂੰ ਕਿਸੇ ਦਾ ਕੋਈ ਮੋਹ ਨਹੀਂ ਹੈ। ਵੈਸੇ ਸਾਰਿਆਂ ਨੂੰ ਪ੍ਰੇਮ ਕਰਦਾ, ਉਹ ਪ੍ਰੇਮ ਕਰਦਾ ਕਰਕੇ ਸਾਨੂੰ ਪਾਲ ਰਿਹਾ ਨਾ, ਪਰ ਮੋਹ ਨਹੀਂ ਹੈ। ਜੇ ਕੋਈ ਆ ਰਿਹਾ ਉਹਨੂੰ ਖੁਸ਼ੀ ਨਹੀਂ, ਕੋਈ ਜਾ ਰਿਹਾ ਉਹਨੂੰ ਦੁੱਖ ਨਹੀਂ। रूप रेख ना रागो, परमात्मा रूप रंग रेख तो भिन्न है, मोह तो वो परे है। तो महाराज साहब कहते आ ओ परमात्मा पाई एडा बेअंत, जो तुद भावै साई भली कार तू सदा सलामत। और वो सदा सलामत रहने वाली हस्ती है, उन्हें खत्म नहीं होना। रब तां चारे कोनियां विच समाया होया, पौण पानी बै संतर माहे। चार कुंट दै दिसे समाहे, चार कुंट 10 दिशावां, चार कुंट उत्तर दक्षिण पूर्व पश्चिम, चारा दिशावां दे चार कोने 8 हो गए। जिथे 2-2 दिशावां रलदियां वो कोने ये 8 हो गए। धरती ते आसमान 10 दिशावां विचों है। कोई भी कोना इहो जिहा नहीं लभ सकदे जिथे वो परमात्मा है नहीं। तिस ते भिन्न नहीं कोठाओ, ओदा भेष भी कोई नहीं, ना ओदे तो इहो जी थां नहीं संसार च जिहड़ी रब तो वख होवे। भेष कोई नहीं, रूप रेख ना राग, ना उदा कोई रूप है, ना कोई निशान है, ना वो किसी नाल उदा मोह है। जतर ततर दिशा विसा होए फैलियो अनुराग। जिथे किथे भाव हर थां ते, चारे दिशावां विच 10 दिशावां विच परमात्मा जिथे जिथे दिशावां दियां नुकरां मिलदियां, सारियां थावां ते तू सर्व व्यापक है। फैले अनुराग, अनुराग दा मतलब हुंदा जिहड़ा प्यार, वो प्यार और प्रेम दा मुजस्समा है। रब प्यार प्रेम का मुजस्समा है। वो प्यार प्रेम का मुजस्समा, उसका स्वरूप जिहड़ा है वो प्रेम प्यार नाल भरिया, वो चार सपेरे फैलिया होया। महाराज असीं बचन पढ़ के आया, नमो गीत गीते, नमो प्रीत प्रीते। वो एक सुंदर गीत है, ਉਹਦਾ स्वरूप एक प्रीतवाना वाला, एक प्यार करने वाला ਉਹਦਾ स्वरूप है। रब भाई सारिਆਂ ਨੂੰ प्यार करदा, कोई भी ਇਹੋ ਜਿਹਾ नहीं है, कोई ਇਹੋ जी जगह नहीं जिथे कोई कहे जी रब साडे नाल नफरत करदा। कोई बंदा यह नहीं कह सकता रब साडे नाल फर्क रख रहा, कोई नफरत कर रहा, नहीं, किसी नाल नफरत नहीं, किसी नाल वैर विरोध नहीं। वो सारिਆਂ ਨੂੰ प्यार करदा क्योंकि वो प्यार स्वरूप है। अपने प्यारिਆਂ ਨੂੰ रज रज प्यार करदा, जिन्हां ਨੂੰ बहुता प्यार कीता। सबना ऊपर नजर है तेरी, किसे है थोड़ी किसे है कनेरी। किसे ते थोड़ी किसे ते बहुती है, लेकिन है तो सारिਆਂ दे, पर जिन्हां ते बहुती है मैं उन्हां दी बात पाउणी चाहुंदा। क्योंकि अज उस ब्रह्म दी मूरत, ब्रह्म ज्ञानी, ब्रह्म स्रोत्री, ब्रह्म नेस्ती, गुरु घर दे आद सिख, जिन्हां ने धन गुरु हरगोबिंद साहब पातशाह तक गुरता गद्दी दी अरदास कीती, 8 पातशाहियां दे दर्शन कीते, 125 चो 113 साल गुरु घर विच सेवा कीती। धन धन बाबा बुढ़ा साहब, उन्हां दी बरसी है। ये सिख अपने आप विच ही इतिहास ने। ये सिख एक साडे रोल मॉडल ने, जिन्हां दे जीवन पढ़ सुन के, जिन्हां दियां गाथावां पढ़ सुन के पता ही नहीं किन्ने क गुरु घर नाल जुड़ गए, किन्ने दे अंदर गुरु नूं मिलण दा चाह पैदा हो गया। कोई अंत नहीं है। बाबा बुढ़ा साहब वर्गियां दे जीवन पढ़ सुन के इन्हां नूं तां पुत्रां दे दानी भी कहा जाता है। कदे बीड़ बाबा बुढ़ा साहब जाके वेखो, पुछो, दसणगे तुहानूं, गिणती नहीं है उन्हां कोल, किन्नियां कदियां झोलियां भर गईयां उत्थों। वड्डा दर्द है। अज उस ब्रह्म ज्ञानी बाबा जी का जन्म 1506 कत्थू नंगल विच है। 12 साल की उम्र च गुरु नानक साहब नूं मिलदे हैं। पीरां दे पीर, गुरुआं दे गुरु, महान गुरु धन गुरु नानक देव पातशाह जगत गुरु नाल मुलाकात है। उन्होंने जल पानी छकाया, दुध का लोटा घर चो भर के लियाए। महाराज ने क्या बड़ा आनंद आया, छक के तृप्त हो गए। कहते कोई इहो जी चीज है जिन्हों छक के मन तृप्त हो गए। फिर उन्होंने कहा बाबा मौत तो बड़ा डर लगता है। महाराज कहते उम्र बच्चियां वाली ते गल्लां बुढ़ियां वालियां, तेरा नाम कहते जी बूढ़ा, बूढ़ा नहीं तेरा नाम बुढ़ा होना चाहिए। अज एक तखलस मिलिया। अज गुरु साहब ने नाम नहीं दिता, इस नाम वाले गुण भी दे दिते, इस नाम दियां बरकतां दे दित्तियां, इस नाम विच बख्शिशां रख के दे दित्तियां। अज कोई बुढ़ा बुढ़ा कहण नूं तैयार नहीं। उन्हें 12 साल की उम्र तो लैके सारी जिंदगी बुढ़ा कहाया।
बन के भी विखाया। अकलों के बुढ़े, एक शकलों के बुढ़े। अज एक बुढ़ा तखालस मिलिया, अज गुरु नानक साहब के नाल हो तुरे, गुरु नूं रज रज माणिया, गुरु नूं रज रज डिठा, गुरु नूं रज रज सुनिया। एक ओ बाबा बुढ़ा साहब, एक भाई साहब भाई मरदाना, जिन्हें सब तो वध गुरु नानक साहब नूं जिहदियां अखां ने वेखिया, जिहदे कन्नां नूं गुरु नानक साहब नूं वध तो वध सुनने का सुभाग मिलिया। और भाई मरदाना वो सिख है जिन्हें सब तो वध धन गुरु नानक साहब के चरणों ते मत्था रख के सिर, जिहड़ा उन्हें सिर रख के मत्था टेकिया। मत्था टेकण वालियां चों, दर्शन करन वालियां चों, स्पर्श करन वालियां विचों, सुनन वालियां विचों भाई मरदाने जी का नाम, ते दूजा नाम बाबा बुढ़ा साहब। कल्ले गुरु नानक साहब नहीं, गुरु हरगोबिंद साहब तक सारियां दे दर्शन कीते, रज रज माणिया, हंडाया, सुनिया, वेख्या। मैं कहना नेत्र किन्ने पाक पवित्र होणगे जेड़े हर रोज गुरु साहब नूं तक रहे, दर्शन कर रहे, तन मन होए निहाल। जां गुर देखा सामने, ओ कन किन्ने पवित्र हो गए होणगे जिन्हां दे कन्नां च किन्ने वार दिन च आवाज पैंदी होएगी, बाबा जी आओ आ काम करिए, बाबा बुढ़ा साहब तुसीं आ काम कर लो, बाबा बुढ़ा साहब तुसीं आ सेवा करा लो, बाबा बुढ़ा साहब तुसीं इत्थे जाओ, तुसीं उत्थे जाओ। किन्ने वार हर रोज कन्नां चों बोल गुरु साहब दी रसना तो पैंदे होणगे। मैं कहना अरदास करया करो, इत्थे कदे सानू साडे पिता ने आवाज मारी होएगी, कदे सानू साडी मां ने आवाज मारी होएगी, रोज ही वजदियां ने। कदे सानू साडे भरा ने आवाज मारी होएगी, कदे साडी भैन ने आवाज मारी होएगी, कदे सानू मित्र दोस्त ने आवाज मार के बुलाया होएगा, चाचे ताया ने बुलाया होएगा। मैं कहना वो किड्डे भागां वाले सिख होणगे जिन्हां नूं गुरु आवाज मार के बुला रहा होएगा। बाबा बुढ़ा साहब उरे आ, मेरी गल सुन, बाबा बुढ़ा साहब मेरे कोल बैठ, किड्डे भागां वाले होणगे जिन्हां नूं गुरु आवाज मार के रोज बुला रहा होएगा। कदे जिंदगी च सबब बने, गुरु नूं अरदास करियो पातशाह कदे साडे जीवन चो पल आउण जदों सानू तुसीं आवाज मार के बुलावो। तुम्हारे कहंदे मैं तो रोज ही आवाज मारदा, आवो सिख सतगुर के प्यारिओ, गावो सच्ची बाणी। आवाज ही तो मारी आ, आवाज ही तो मारी आ, पर असीं नहीं सुणदे। हुण असीं की करिए? गुरु साहब की करन? गुरु साहब तो रोज आवाजा मार रहे आ, ते बाबा बुढ़ा साहब जिन्हों जिंदगी च पता नहीं गुरु दे मुखार दिन तो किन्नी वार आवाजा सुनने नूं मिलियां होणगियां। उस बाबे ने गुरु नानक साहब नूं माणिया। गुरु नानक साहब ने कहा सी, बुढ़िया तैथों ओले कदे ना होसां। गुरु अंगद दे पातशाह हर कदम, हर पल, हर वेले बाबा बुढ़ा साहब नूं नाल रखदे आ, हर काम विच रह लैंदे आ। धन गुरु अमरदास साहब सच्चे पातशाह जे किते जाके बासर के गल्लां अकाद विच बैठ जांदे आ, बाबा बुढ़ा साहब नूं संगत आके कहंदी आ, बाबा जी तुहानूं गुरु नानक कह गया तुहाडे तोले कदे ना होसा। ते संगतां गुरु दे दर्शनां लई उतावलियां, चलो गुरु साहब किथे लैके चलो। बाबा बुढ़ा साहब ने घोड़ी नूं अगे लाया, घोड़ी तुरी जा रही है ते बासर के गल्लां पहुंचे ते अंदरों आवाज आई कि भाई जेड़ा सिख है वो दरवाजा खुल के अंदर नहीं आएगा। बाबा बुढ़ा जी ने सन लाया, सन ला के गुरु साहब दे आप भी दर्शन, संगतां नूं महाराज खुश हो कहंदे वाह बुढ़ा साहब, गुरु नानक साहब कल्ला यही नहीं कह के गए कि तेथों ओले कदे ना होसां, तेनों जुगतियां भी दस गए गुरु दे दर्शन किवें करीदे, तेनों जुगती भी दे गए, तेरी जुगती नाल सारे ही तर गए। संगतां निहालो निहाल होईयां। धन गुरु रामदास साहब सच्चे पातशाह बेअथा प्यार कर दिया बाबा बुढ़ा जी नूं, ते मैं कहना धन गुरु अर्जन देव पातशाह ने तां मिसाल कायम कर दित्ती बाबा बुढ़ा साहब नाल किन्ना प्यार है। जे धन गुरु ग्रंथ साहब पातशाह दी ताबिया सब तो पहला किसी नूं बिठाया गया, धन धन बाबा बुढ़ा साहब नूं बिठाया गया। धन श्री गुरु ग्रंथ साहब पातशाह दा पहली वार हुक्मनामा देखो लिखवाउण वाले गुरु अर्जन साहब, लिखण वाले भाई गुरदास साहब। 15 भगतां दी बाणी होवे, 6 गुरुआं दी बाणी होवे, उदों तक चलो 5 गुरुआं दी बाणी है, पर गुरु साहब मान किनूं दे रहे आ? बाबा बुढ़ा किड्डे काबिल होणगे उस वेले। महाराज साहब दी दूर अंदेशी कि सारी रात नहीं सी सुते, कल नूं मैं ये ग्रंथ दी ताबिया किनूं बिठाउणा है, इहदा हुक्मनामा पढ़ के किने सुनाउणा। सारी रात महाराज सिखां च गेड़े कढ रहे सन, ते जदों निगाह पई बाबा बुढ़ा साहब ते उदों परमात्मा दा शुकराना कीता, अकाल पुरख मैनू तू लिखण वाला भी मिला दिता, इस गुरु ग्रंथ साहब दी ताबिया बैठण वाला भी मिला दिता है।
पहला हुक्मनामा सिख कौम नूं धन धन बाबा बुढ़ा साहब ने पढ़ के सुनाया। किड्डा प्यारा सिख बाबा बुढ़ा साहब ते धन गुरु हरगोबिंद साहब महाराज इन्ना प्यार करदे आ बाबा बुढ़ा जी नूं। उम्र लमेरी हो चुकी है। गुरु अर्जन देव पातशाह जदों शहादत दा जाम पीण चले आ, हरगोबिंद साहब उस वेले 11 साल दे कहण लगे, बेटा बाबा बुढ़ा साहब आद सिख ने, इन्हां ने गुरु नानक साहब नूं माणिया, इन्हां ने गुरु अंगद देव पातशाह नूं माणिया, इन्हां ने गुरु अमरदास पातशाह दे दर्शन कीते, इन्हां ने गुरु पिता गुरु रामदास पातशाह दे चरनां दा आनंद माणिया। कोई भी काम करना होया इन्हां दी राह तो बिना नहीं करना, इन्हां दी राह तो बिना काम नहीं करना। कोई भी काम गुरु करदा करना है, बाबा बुढ़ा साहब नूं नाल लेके तुरना है, अगे लेके तुरना है। किड्डा प्यार होएगा इस बाबे बुढ़े दा इस घर दे नाल। कदे फिर उन्हें मीरी पीरी दियां किरपानां धारण करवाइयां, कदे बाबा बुढ़ा साहब ने अकाल मूंगा जिन्हों श्री अकाल तख्त साहब कहने किसी राज ने हाथ लगायो, बुढ़ा और गुरदास बनायो, बाबे बुढ़े ते भाई गुरदास ने बनाया। कदे बाबा बुढ़ा साहब गुरता गद्दी दियां अरदासां करदा है, करे भी क्यों ना, क्योंकि ओदी अरदास नाल ही तां जम्मिया पूत भगत गोबिंद का। ओदी अरदास नाल ही तां गुरु हरगोबिंद साहब दी आमद है। आप विद्या पढ़ाई, आप शस्त्र सिखाए, आप घोड़सवारी नेजा गतका सब कुछ सिखाया, आप ही गुरता गद्दी लई अरदासां कर रहा। मैं कहना अपने जिहड़ा असीं कहने ना भी तू मैनू की सिखाएगा, मेरे हत्थां च तां जम्मिया पलिया। वाह बाबा बुढ़ा साहब, तू ये गल कदे भी नहीं कही भी हरगोबिंद साहब मैं अरदास की तां तुहाडा जन्म, मैं तुहानू सब कुछ सिखाया, पर नहीं। अज ये त्याग बैराग की मूरत, अज ये निमरता की मूरत, अज ये ब्रह्म ज्ञानी बाबा बुढ़ा साहब एडी लमेरी उम्र विच भी गुरु हरगोबिंद साहब के चरणों च हाथ जोड़ के खड़ा है। महाराज हुक्म करो, मैं की करना। कैसी निमरता, किड्डी निमरता है। अज मैं कहना फिर गुरु हरगोबिंद साहब का भी हुण प्रेम वेखो किवें करदे आ। बाबा बुढ़ा साहब चले गए बीड़ साहब, महाराज ने कहा उत्थे खेतीबाड़ी संभालो, पशुआं नूं संभालो, उत्थे तुहाडे कोल आया करांगे, ते जदों तुसीं साडे कोल आउणा तुर के नहीं आउणा। हुण महाराज साहब ने बड़ी सोहनी पालकी तैयार करवाई कि बाबा बुढ़ा जदों आवे सिखां नूं कह इस पालकी विच बिठा के लैके आउणा, पालकी हर रोज लैके आउणा। उम्र लमेरी हो गई, अज 125 के नेड़े जा रहे। महाराज गुरु हरगोबिंद साहब सोचते आ, मन करदा अज इस बाबे की सेवा मैं भी करके वेखां। बाबे बुढ़े की पालकी आ रही, गुरु हरगोबिंद साहब ने भेस वटाया, डब्बियां वाला परना बने, आम संसारी कपड़े पा के रास्ते च रुक गए कि अज इस आद सिख ब्रह्म ज्ञानी की पालकी नूं मैं मोढा लाउणा। पर हुण कद काठ बड़ा लमेरा, जिवें ही मोढा लग्या पालकी ने एक पासे नूं होना ते दूजा अंदर कौन बैठा है? ब्रह्म ज्ञानी बाबा बुढ़ा साहब बैठा, जिन्हों पता लग जाता भी ये मोढा गुरु का जां किसी सिख का, अंदरों आवाज आई कि पालकी नूं इत्थे ही रख दो, पालकी नूं इत्थे रखो। महाराज इशारा कर दिया कोई गल नहीं तुरे चलो, पर बाबा बुढ़ा साहब ने कहा नहीं, जे नहीं पालकी रखोगे मैं छाल मार जाऊंगा। पालकी नूं रखिया, जदों गुरु हरगोबिंद साहब के दर्शन किए, बाबा बुढ़ा साहब के नेत्रां च जल आ गया। पातशाह गुरु की पालकी नूं सिख मोढा लाउण गल फबदी है, पर एक मेरे वर्गे सिख की पालकी नूं मोढा गुरु लावे ये नहीं चंगा लगता। महाराज साहब कहते चलो समा लंघिया, पर अज एक वक्त बनया, अज वो समा आया। 125 साल के बाबे ने सुनेहा भेजा, सन 1631 आ गया, 1506 तो यह जीवन शुरू होया। अक्तूबर महीना बाबे ने सुनेहा भेजा कि मैं हर रोज गुरु हरगोबिंद साहब के दर्शन करन जांदा सी, अज मैं नहीं जाना, अज मेरे गुरु नूं कहो वो दर्शन देण आउण, उन्हां नूं कहो तुहाडे प्यारे सिख ने याद कीता है। गुरु हरगोबिंद साहब गए, 125 साल का बाबा अपने आसन ते विराजमान है, चिट्टा दुध वर्गा दाड़ा, चिट्टे बाबे बुढ़े दे वस्त्र धारण किए, लाल शिंगरफ वर्गा चेहरा, जिवें जिवें तुसीं वेखो सवेरे सूरज चढ़दा लाली दी भा मारदा है, अज इस बाबे दा चेहरा सूरज की तरह दग दग कर रहा। बाबा 125 साल, शरीर के हालात की होणगे अंदाजा तुसीं आप ला लो। मारा उठ के सत्कार विच उठन लगे, मारे ने नहीं क्या नहीं, अज तुहाडे सत्कार विच आए हां। उत्थे ही पातशाह कोल बैठे ने, बड़े बचन बिलास होए। मारे ने क्या किवें याद किया?
कहन लगे पातशाह बड़ा समा हो गया, तुहाडे तो आग्ञा मंगनी है, अज जान दिओ, बड़ा लमेरा समा तुहाडे दर्शन कीते, सेवा कीती, अज जान दा वेला, ये हुण इन्ना शरीर पुराना हो गया, हुण ये बोझ बनता जा रहा, हुण मैनू आग्ञा दिओ, मैं इस दुनिया तो जाना चाहना। गुरु हरगोबिंद साहब पातशाह ने बड़ा प्यार दिता। मैं कहना उस वेले नेत्र सजल होए गुरु हरगोबिंद साहब दे, ते नाल कहा सी बाबा जी कोई इच्छा है तो दसो। कल ये ना सोचना गुरु नानक दे घर च कोई इच्छा अधूरी रह गई। बाबा बुढ़ा साहब ने दो बेनतियां कीतियां। महाराज कहन लगे, बाबा जी ने कहा पातशाह 113 साल तुहाडे चरनां च लंघे आ, 12 साल दा सी जदों आया, बड़ियां भुल्लां होईयां होणगियां, बड़ियां भुल्लां होईयां होणगियां, बड़ियां बेअदबियां होईयां होणगियां, बड़ियां जाने अनजाने गलतियां होईयां होणगियां, अपने दर दा कूकर समझ के भुल्लां माफ कर दे, मेरे औगण ना चकारिओ, भुल्लां माफ कर दिओ। महाराज साहब कहंदे तुहाडी भुल की माफ, तुसी तां गुरु नानक साहब दे प्यारे सिख, तुहाडा तुसी गुरु नानक साहब विच अभेद हो चुके हो, तुसी ब्रह्म च लीन हो चुके हो। कहंदे नहीं, मन ते कोई बोझ ना रवे। ते दूसरी मंग उन्होंने अपने पुत्र भाई भाने दी बांह, ओदा हथ गुरु हरगोबिंद साहब दे हत्थां च फड़ा के कहा पातशाह जिवें मेरी तुहाडे घर नाल निभ गई, किरपा करियो मेरे पुत ते मेरे परिवार दी भी तुहाडे घर नाल निभ जाए, जिवें मैनू सिक्खी ते नाम नाल निवाजिया, मेरे बच्चे ते मेरे परिवार नूं भी निवाजो, इन्हां नूं कदे छड्डिओ ना। अज बाबा बुढ़ा साहब अंतले बचन गुरु हरगोबिंद साहब नाल कीते ने, ते महाराज साहब ने बड़े प्यार विच सुने, नेत्र सजल होए ने, ते अज इस ब्रह्म मूरत बाबा बुढ़ा साहब ने जपजी साहब दा पाठ शुरू किया। गुरु हरगोबिंद साहब कोल बैठिया, भाई गुरदास, संगतां, उन्हां दा परिवार सारे कोल बैठे आ। बाबा अरदास कहन लगे, पाठ शुरू करदा है, एक ओंकार सतनाम करता पुरख तो शुरू करके सोचै सोचना हो वही, जे सोची लख वार, सुनिया सिद्ध पीर सुरनाथ, सुनिया धर धवल आकाश। बाबे ने असंख जप असंख भाव दियां पौड़ियां नूं चढ़िया। बाबा अमुल गुण अमुल वपार दे विचों लंघ रहा है, कदे अंत ना सिरती कहण ना अंत कह रहा है, कदे सो दर तेरा केहा सो कर केहा पढ़ रहा है, कदे आखण जोर चुपै ना जोर दियां पौड़ियां, कदे ओ ज्ञान खंड विचों लंघिया, कदे ओ धर्म खंड विचों लंघिया, कदे ओ शर्म खंड विचों लंघिया, कदे कर्म खंड विचों लंघिया। लंघदा लंघदा बाबा बुढ़ा सच खंड विच पहुंच गया। सच खंड विच जाके उन्हें शब्द कहे ने, जिन्नी नाम ते आया गए मसकत काल, नानक ते मुख उजले, केती छुट्टी नाल। ये शब्द कहंदिया दोवें हाथ जुड़े, गुरु हरगोबिंद साहब दे चरनां ते मत्था लाया, सिर लाया, मत्था टेकिया ते मत्था टिकिया ही रह गया, परत के ये सिर उठिया नहीं। गुरु हरगोबिंद साहब महाराज ने अपने प्यारे सिख नूं संभालिया, अंतला इशनान आप कराया, अंतली क्रिया गुरु हरगोबिंद साहब ने आप की, नवें बस्तर आप पवाए। याद रखना बाबा बुढ़ा साहब की चिखा नूं लांबू गुरु हरगोबिंद साहब ने लाया। 10 दिन महाराज फिर उत्थे ही रहे। दशहरे तो बाद भोग तो बाद फिर वापस अमृतसर साहब आए। अज उस प्यारे बाबा बुढ़ा साहब की बरसी है। इहो जे महान गुरसिख पूर्ण ब्रह्म ज्ञानी, जो इन्हां दे जीवन दीयां कथावां लमेरियां ने, पर ये साडे अंदर गुरु दा प्यार पैदा कर जांदियां। इन्हां दीयां जीवनियां साडा टुटिया होया संबंध गुरु नाल जुड़ जांदियां। साडे अंदर नितनेम प्रेमा भगती सेवा इहो जिहा प्यार गुरु नाल बना जांदियां ने, ते हर एक सिख नूं लगदा मैं क्यों ना बाबा बुढ़ा साहब वर्गा बना। इत्थे निराश होए नास्तिक होए सारे परमार्थ दे राह ते चल पैंदे। सतगुरु कृपा करन उस महान गुरसिख दे जिहड़ी उन्हां दी अज बरसी है, उन्हां दी सालाना याद है, कोटि कोटि प्रणाम है। ते ताई ये सफल होएगा जे असीं भी उन्हां वर्गा प्यार गुरु लई, सेवा गुरु लई जिहड़ी ओ मन अपने अंदर पैदा करिए, ते उन्हां दे पाए दरसाए मार्ग ते चलिए, जिस करके जीवन लोक सुखीए परलोक सुहेले नानक हर प्रभ आपे मिले दे भागी बन सकिए। इन्नियां बेनतियां प्रवान तमाम भुलां चुकां दी खिमा देवो सजन आसीसड़ियां जो होवे साहिब सो मेल। सारी संगत आनंद साहब की बाणी च रसना पवित्र करियो जी। आनंद साहिब राम कली महला तीजा। आनंद इक ओंकार सतगुर प्रसाद।